हेलो सो थोड़े अपने चैनल ते ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਜੋ ਮੈਂ ਟੌਪਿਕ ਕਰਵਾਉਣ ਵਾਲਾ ਉਹ ਕੀ ਹੈ ਸੈਟਿੰਗ ਅਰੇਂਜਮੈਂਟ। ਤੁਹਾਡੇ ਪੇਪਰ ਲਈ ਮੋਸਟ ਇੰਪੋਰਟੈਂਟ ਕੁਐਸਚਨ ਮੈਂ ਲੈ ਕੇ ਆਇਆ ਤਾਂ ਕਿ ਤੁਹਾਡੇ ਪੇਪਰ ਚੋਂ ਇੱਕ ਵੀ ਕੁਐਸਚਨ ਨਾ ਰਹੇ। ਉਸ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਦੱਸਦਾ। ਦੇਖੋ ਕਈ ਬੰਦੇ ਸੈਂਟਰ 'ਚ ਬੈਠੇ ਹੋਣਗੇ, ਇਹ ਮੰਨ ਲਓ ਅੰਦਰਲੇ ਪਾਸੇ ਹੈ, ਇਹ ਵੀ ਅੰਦਰ ਨੂੰ ਮੂੰਹ ਕਰਕੇ ਬੈਠਾ, ਇਹ ਵੀ ਅੰਦਰ ਨੂੰ ਮੂੰਹ ਕਰਕੇ ਬੈਠਾ ਤੇ ਇਹ ਵੀ ਅੰਦਰ ਨੂੰ ਮੂੰਹ ਕਰਕੇ ਬੈਠਾ। ਕੁਝ ਬੇਸਿਕ ਚੀਜ਼ਾਂ ਨੇ। ਜੇ ਮੈਂ ਇਹਦੀ ਗੱਲ ਕਰਾਂ ਤਾਂ ਇਹਦਾ ਲੈਫਟ ਸਾਈਡ ਆ ਹੋਊਗੀ, ਇਹਦੀ ਰਾਈਟ ਸਾਈਡ ਆ ਹੋਊਗੀ। ਇਹਦੀ ਰਾਈਟ ਸਾਈਡ ਕਿੱਥੇ ਹੋਊਗੀ? ਉੱਪਰ ਨੂੰ ਹੋਊਗੀ। ਇਹਦੀ ਲੈਫਟ ਸਾਈਡ ਥੱਲੇ ਨੂੰ ਹੋਊਗੀ, ਕਿਉਂਕਿ ਜ਼ਿਆਦਾਤਰ ਜਿਹੜਾ ਤੁਹਾਡੇ ਪੇਪਰ 'ਚ ਕੁਐਸਚਨ ਆਉਂਦਾ ਉਹ ਸੈਂਟਰ ਵੱਲ ਨੂੰ ਹੀ ਆਉਂਦਾ ਜੋ ਪੇਪਰ ਦੀ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ, ਪੰਜਾਬ ਕਾਂਸਟੇਬਲ ਦੀ। ਜਿਹੜਾ ਥੱਲੇ ਨੂੰ ਦੇਖ ਰਿਹਾ ਉਹਦਾ ਲੈਫਟ ਇਧਰ ਨੂੰ ਹੋਊਗਾ, ਰਾਈਟ ਇਧਰ ਹੋਊਗਾ। ਸੇਮ ਟੂ ਸੇਮ ਇਹਦਾ ਲੈਫਟ ਇਧਰ ਨੂੰ, ਰਾਈਟ ਇਧਰ ਨੂੰ। ਕਲੀਅਰ ਹੈ? ਸੋ ਇਹ ਕੀ ਆਪਣੇ ਕੋਲੇ ਸੀਟਿੰਗ ਅਰੇਂਜਮੈਂਟ। ਇਹ ਸਰਕੂਲਰ ਦੇ ਵਿੱਚ ਵੀ ਹੋ ਸਕਦਾ ਹੈ ਤੇ ਇਹ ਲੀਨੀਅਰ ਦੇ ਵਿੱਚ ਵੀ ਹੋ ਸਕਦਾ। ਲੀਨੀਅਰ 'ਚ ਕੀ ਹੋਊਗਾ? ਮੰਨ ਕੇ ਚਲੋ ਆਹ ਲਾਈਨ ਹੈ, ਆਹ ਦੋ ਲਾਈਨਾਂ ਦੇ ਵਿੱਚ ਬੰਦੇ ਬੈਠੇ ਨੇ। ਮੰਨ ਲਓ ਆਹ ਦੋ ਲਾਈਨਾਂ ਦੇ ਵਿੱਚ ਬੰਦੇ ਬੈਠੇ ਨੇ, ਇਹ ਆਪਸ ਵੱਲ ਮੂੰਹ ਕਰਕੇ ਬੈਠੇ ਨੇ। ਤਾਂ ਜਿਹੜਾ ਆਹ ਬੰਦਾ ਹੈ, ਜਿਹੜੇ ਥੱਲੇ ਨੂੰ ਮੂੰਹ ਕਰਕੇ ਬੈਠੇ ਨੇ, ਇਹਨਾਂ ਦਾ ਲੈਫਟ ਇਧਰ ਨੂੰ ਹੋਊਗਾ ਤੇ ਰਾਈਟ ਇਧਰ ਨੂੰ ਹੋਊਗਾ। ਠੀਕ ਹੈ, ਜਿਹੜੇ ਥੱਲੇ ਕਰਕੇ ਮੂੰਹ ਬੈਠੇ ਨੇ ਉਹਨਾਂ ਦਾ ਰਾਈਟ ਇਧਰ ਨੂੰ ਹੋਊਗਾ। ਪਰ ਜਿਹੜਾ ਬੰਦਾ ਆ ਬੈਠਾ ਇਹਦਾ ਰਾਈਟ ਇਧਰ ਨੂੰ ਹੋਊਗਾ ਤੇ ਲੈਫਟ ਇਧਰ ਨੂੰ ਹੋਊਗਾ। ਬੇਸਿਕਲੀ ਚੀਜ਼ਾਂ ਜਿੱਥੇ ਤੁਹਾਡਾ ਰਾਈਟ ਤੇ ਲੈਫਟ ਆ ਉੱਥੇ ਆ ਬੰਦੇ ਦਾ ਰਾਈਟ ਤੇ ਲੈਫਟ ਹੋਊਗਾ, ਤੇ ਜਿਹੜਾ ਥੱਲੇ ਨੂੰ ਦੇਖ ਰਿਹਾ ਹੋਊਗਾ ਸਾਊਥ ਵੱਲ ਨੂੰ ਉਹਦਾ ਰਾਈਟ ਤੇ ਲੈਫਟ ਚੇਂਜ ਹੋ ਜਾਊਗਾ। ਜੇ ਸਿੱਧੀ ਦੀ ਗੱਲ ਇੱਥੇ ਵੀ ਆ ਸਕਦਾ, ਜੇ ਇੱਕ ਲਾਈਨ ਹੋ ਤਾਂ ਦੋ ਬੰਦੇ ਇੱਧਰ ਦੋ ਬੰਦੇ ਥੱਲੇ, ਬਸ ਕੁਝ ਵੀ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ। ਹੁਣ ਜਿਵੇਂ ਆਪਾਂ ਇੱਕ ਆਹ ਚੀਜ਼ ਦੇਖੀਏ, ਇਹ ਬੰਦਾ ਬਾਹਰ ਨੂੰ ਦੇਖ ਰਿਹਾ ਤਾਂ ਆ ਇਹਦਾ ਰਾਈਟ ਹੈ, ਆ ਇਹਦਾ ਲੈਫਟ ਹੈ। ਪਰ ਆ ਬੰਦਾ ਅੰਦਰ ਨੂੰ ਦੇਖ ਰਿਹਾ ਤਾਂ ਆ ਇਹਦਾ ਰਾਈਟ ਹੈ, ਆ ਇਹਦਾ ਲੈਫਟ ਹੈ। ਠੀਕ ਹੈ, ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇੱਕ ਗੱਲ ਹੋਰ, ਜਿਵੇਂ ਆ ਦੋਨੇ ਕਾਂ, ਇਹ ਦੋਨੇ ਕੀ ਨੇ? ਇੱਕ ਦੂਜੇ ਦੇ ਓਪੋਜ਼ਿਟ ਨੇ। ਇਹ ਦੋਨੇ ਕੀ ਨੇ? ਇੱਕ ਦੂਜੇ ਦੇ ਓਪੋਜ਼ਿਟ ਨੇ। ਪਰ ਆ ਵੀ ਇੱਕ ਦੂਜੇ ਦੇ ਓਪੋਜ਼ਿਟ ਨੇ। ਇਹ ਦੋਨੇ ਹੈ ਤਾਂ ਓਪੋਜ਼ਿਟ, ਪਰ ਜਿਹੜਾ A ਤੇ B ਹੈ ਇਹ ਫੇਸਿੰਗ ਨਹੀਂ ਹੈਗਾ। ਇਹ ਫੇਸਿੰਗ ਨਹੀਂ ਹੈਗਾ ਇੱਕ ਦੂਜੇ ਦੇ। ਪਰ F ਤੇ I ਜਿਹੜਾ ਹੈ ਇਹ ਇੱਕ ਦੂਜੇ ਦੇ ਕੀ ਹੈ? ਫੇਸਿੰਗ ਹੈ। F ਤੇ I ਕੀ ਹੈ? ਇੱਕ ਦੂਜੇ ਦੇ ਫੇਸਿੰਗ ਹੈ, ਵੀ ਇੱਕ ਦੂਜੇ ਵੱਲ ਦੇਖ ਰਿਹਾ। ਇਹ ਚੀਜ਼ ਵੀ ਤੁਹਾਨੂੰ ਨੋਟ ਕਰਨੀ ਹੈ। ਇੱਕ ਗੱਲ ਜੇ ਮੈਂ ਕਹਾਂ ਆ ਬੰਦਾ ਬੈਠਾ ਕੋਈ, ਆ ਕੋਈ A ਹੈ, ਆ ਕੋਈ B ਹੈ, ਤਾਂ ਜਿਹੜਾ B ਹੈ ਉਹ A ਦੇ ਦੂਜੇ ਸੱਜੇ ਤੇ ਆ, ਸੈਕੰਡ ਰਾਈਟ ਤੇ। ਮਤਲਬ ਮੰਨ ਲਓ ਪਹਿਲਾ ਰਾਈਟ, ਆਹ ਦੂਜਾ ਰਾਈਟ। ਇਹ ਪਤਾ ਹੋਣਾ ਚਾਹੀਦਾ ਵੀ ਦੂਜਾ ਰਾਈਟ ਤੀਜਾ ਰਾਈਟ ਕੀ ਹੈ। ਤਾਂ ਇਹ ਜਿਹੜਾ B ਹੈ ਉਹ A ਦੇ ਦੂਜੇ ਰਾਈਟ ਤੇ ਬੈਠਾ। ਠੀਕ ਹੈ, ਸੇਮ ਟੂ ਸੇਮ। ਜਿਹੜਾ ਸਰਕਲ ਦੀ ਗੱਲ ਕਰਾਂ ਤਾਂ ਆਹ ਦੋ ਵੱਲੋਂ ਤਿੰਨ ਚਾਰ ਬੰਦੇ ਬੈਠੇ ਨੇ, A B C D ਮੰਨ ਕੇ ਚਲੋ ਸਾਰੇ ਅੰਦਰ ਨੂੰ ਦੇਖ ਰਹੇ ਨੇ। ਜਿਹੜਾ D ਹੈ ਉਹ C ਦੇ ਪਹਿਲੇ ਲੈਫਟ ਤੇ ਹੈ। C ਵੱਲ ਜਾਓ, C ਤੇ ਖੜੋ, ਉੱਥੋਂ ਪਹਿਲਾ ਲੈਫਟ ਦੇਖੋ ਤਾਂ ਪਹਿਲਾ ਲੈਫਟ D ਹੈ, ਤਾਂ ਇਹ ਪਹਿਲਾ ਲੈਫਟ। ਤਾਂ C ਦੇ ਦੂਜੇ ਲੈਫਟ ਤੇ ਕੌਣ ਹੈ? ਤੇ C ਦੇ ਤੀਜੇ ਲੈਫਟ ਤੇ ਕੌਣ ਹੈ? B। C ਦੇ ਪਹਿਲੇ ਰਾਈਟ ਤੇ ਵੀ ਕੌਣ ਹੈ? B ਦਾ। ਇਸ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਇਹ ਲੈਕਚਰ ਕਰਨ ਤੋਂ ਪਹਿਲਾਂ। ਠੀਕ ਹੈ ਜੀ। ਇੱਕ ਸ਼ਬਦ ਹੁੰਦਾ ਇਮੀਡੀਏਟ। ਇਮੀਡੀਏਟ ਦਾ ਮਤਲਬ ਹੁੰਦਾ ਬਿਲਕੁਲ ਨਾਲ, ਬਿਲਕੁਲ ਨਾਲ। ਇਮੀਡੀਏਟ ਦਾ ਮਤਲਬ ਕਹਿੰਦਾ ਬਿਲਕੁਲ ਨਾਲ। ਜਿਵੇਂ ਆਹ ਜੇ ਮੈਂ ਕਹਾਂ ਇਹ ਇਹਦੇ ਬਿਲਕੁਲ ਨਾਲ ਹੈ, ਆਹ ਦੋਨੇ ਆਪਸ ਵਿੱਚ ਬਿਲਕੁਲ ਨਾਲ ਨੇ, ਆਹ ਦੋਨੇ ਆਪਸ ਵਿੱਚ ਬਿਲਕੁਲ ਨਾਲ ਨੇ। ਤੇ ਇੱਕ ਸ਼ਬਦ ਹੁੰਦਾ ਨੇਬਰ। ਨੇਬਰ ਦਾ ਮਤਲਬ ਕੀ ਹੁੰਦਾ? ਗਵਾਂਢੀ। ਨੇਬਰ ਦਾ ਮਤਲਬ ਕੀ ਹੁੰਦਾ? ਗਵਾਂਢੀ। ਜਿਵੇਂ ਕਿ ਆ A ਹੈ, ਇੱਥੇ ਜਿਵੇਂ ਗੱਲ ਕਰਾਂ A ਹੈ, A ਦੇ ਗਵਾਂਢੀ D ਤੇ I ਦੋਨੇ ਹੋਣਗੇ, B ਦੇ ਗਵਾਂਢੀ E ਤੇ F ਦੋਨੇ ਹੋਣਗੇ, C ਦੇ ਗਵਾਂਢੀ E ਤੇ I ਦੋਨੇ ਹੋਣਗੇ। ਨਾਲ ਦੇ ਦੋ ਬੰਦੇ ਕੀ ਹੁੰਦੇ ਨੇ ਜੀ? ਗਵਾਂਢੀ ਹੁੰਦੇ ਨੇ। ਸੋ ਸੌਰੀ, ਇਹਦੇ ਨਾਲ ਹੀ ਆਪਾਂ ਅੱਜ ਦਾ ਕੁਐਸਚਨ ਪਹਿਲਾਂ ਸਟਾਰਟ ਕਰਦੇ ਹਾਂ। J A G E B and F are sitting around a round table facing north the center. F is immediate left of G. ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ, ਕੁਐਸਚਨ ਨੂੰ ਆਰਾਮ ਨਾਲ ਪੜ੍ਹਨਾ ਹੈ। ਕੁਝ ਬੰਦੇ ਨੇ ਜਿਹੜੇ ਕਿੱਥੇ ਬੈਠੇ ਨੇ? ਇੱਕ ਰਾਉਂਡ ਦਾ ਮਤਲਬ ਗੋਲ ਟੇਬਲ ਦੇ ਉੱਤੇ ਬੈਠੇ ਨੇ। ਆਪਾਂ ਨੇ ਗੋਲ ਟੇਬਲ ਬਣਾ ਲਿਆ। ਠੀਕ ਹੈ ਜੀ, ਗੋਲ ਟੇਬਲ ਦੇ ਉੱਤੇ ਬੈਠੇ ਨੇ। ਕਿੰਨੇ ਜਾਣੇ ਨੇ? 1 2 3 4 5 6 6 ਜਾਣੇ ਨੇ। ਆਪਾਂ 6 ਜਾਣੇ ਬਣਾਓ। 1 2 3 4 5 6। ਜਿੱਥੇ ਵੀ ਬੈਠਣਗੇ ਇਹ ਸੈਂਟਰ ਨੂੰ ਮੂੰਹ ਕਰਕੇ ਬੈਠਣਗੇ ਤੇ ਇਹ ਸਰਕਲ ਦੇ ਵਿੱਚ ਐਦਾਂ ਹੀ ਬੈਠਣਗੇ ਇੱਕ ਦੂਜੇ ਦੇ ਸਾਹਮਣੇ। ਉਹਨੇ ਹੋ ਕੇ ਕੀ ਕਿਹਾ? F is to the immediate left of G. G ਦੇ ਬਿਲਕੁਲ ਖੱਬੇ ਤੇ F ਹੈ, ਤਾਂ ਉਰੇ ਕਿਤੇ ਵੀ G ਬਣਾ ਲਓ। ਆ G ਹੈ, G ਦੇ ਬਿਲਕੁਲ ਖੱਬੇ ਤੇ ਕੌਣ ਹੈ? F। ਉਰੇ ਕੌਣ ਆ ਗਿਆ? ਆ ਦੇਖੋ, ਆ ਲੈਣ ਇਹ ਨਾ immediate left of G। Who ਤੁਹਾਨੂੰ ਪਤਾ ਕਿਹਦੇ ਲਈ ਵਰਤਿਆ ਗਿਆ? G ਲਈ। Who ਕਿਹਦੇ ਲਈ ਵਰਤਿਆ ਹੁੰਦਾ? ਜਮਾ ਨਾਲ ਦੇ ਬੰਦੇ ਲਈ। Who is opposite to A, ਮਤਲਬ G ਕਿਹਦੇ opposite ਹੈ? A ਦੇ। ਜੇ G ਉਰੇ ਹੈ ਤਾਂ A ਕਿੱਥੇ ਹੋਊਗਾ ਜੀ? ਉਰੇ ਹੋਊਗਾ। ਉਹਨੇ ਕਿਹਾ ਨਾ who is opposite to A, opposite A। V is between A and J, A ਅਤੇ J ਦੇ ਵਿਚਕਾਰ ਕੌਣ ਹੈ V? ਹੁਣ ਜੇ ਮੈਂ ਇਹਦੀ ਗੱਲ ਕਰਾਂ, ਆਪਣੇ ਕੋਲ ਆ A ਦੀ, A ਤੇ V ਉਰੇ ਤਾਂ ਆ ਨਹੀਂ ਸਕਦੇ ਕਿਉਂਕਿ ਉਰੇ K ਹੈ। ਉਰੇ ਤਾਂ K ਆ ਗਿਆ, A ਤੇ V ਉਰੇ ਆ ਨਹੀਂ ਸਕਦੇ, ਤਾਂ A ਤੇ V ਉਰੇ ਆਣਗੇ। ਅਤੇ A ਤੇ V ਦੇ ਵਿਚਕਾਰ ਕੌਣ ਹੈ? ਸੌਰੀ, V is A ਤੇ J ਹੈ, ਸੌਰੀ A ਤੇ J ਦੇ ਵਿਚਕਾਰ, A ਅਤੇ J ਦੇ ਉਰੇ J ਹੈ, ਉਰੇ J ਲਿਖ ਲਓ ਜੇ ਨਹੀਂ ਦਿਖ ਰਿਹਾ। A ਅਤੇ ਉਰੇ ਆ J, ਸੌਰੀ
ए ਅਤੇ J ਦੇ ਵਿਚਕਾਰ ਕੌਣ ਹੈ ਜੀ V। A ਅਤੇ J ਦੇ ਵਿਚਕਾਰ ਕੌਣ ਆ ਗਿਆ V। Who is to the left of E। ਤਾਂ ਪਤਾ ਕਰੋ E ਦੇ ਲੈਫਟ ਤੇ ਕੌਣ ਆ। ਹੁਣ ਮੇਰੀ ਗੱਲ ਸੁਣੋ, A ਆ ਗਿਆ, ਠੀਕ ਹੈ, K ਆ ਗਿਆ, G ਆ ਗਿਆ, J ਆ ਗਿਆ, V ਆ ਗਿਆ, ਕੀ ਰਹਿ ਗਿਆ ਉਹਨੇ ਸਿਰਫ E ਰਹਿ ਗਿਆ। ਆਪਣੇ ਕੋਲ E ਕਿੱਥੇ ਆ ਗਿਆ ਜੀ, ਉਰੇ ਆ ਗਿਆ। ਤੇ E ਦੇ ਬਿਲਕੁਲ ਲੈਫਟ ਤੇ ਕੌਣ ਹੈ, ਉਹਨੇ ਇਹ ਪੁੱਛਿਆ ਲੈਫਟ ਆਫ E, E ਦੇ ਲੈਫਟ ਤੇ ਕੌਣ ਹੈ, ਤਾਂ E ਦੇ ਲੈਫਟ ਤੇ A ਇਜ਼ ਦਾ ਰਾਈਟ ਆਂਸਰ। ਇਹ ਤਰੀਕੇ ਨਾਲ ਤੁਹਾਨੂੰ ਕਰਨਾ ਹੈ, ਠੀਕ ਹੈ ਜੀ। ਮੈਂ ਤੁਹਾਨੂੰ ਇੱਕ ਵਾਰ ਹੋਰ ਬਰੀਫਲੀ ਸਮਝਾਦਾ। ਤੁਹਾਨੂੰ ਹਮੇਸ਼ਾ ਪਹਿਲਾਂ ਸਰਕਲ ਮਾਰਨਾ ਹੈ, 6 ਬੰਦੇ ਬਿਠਾ ਤੇ 1 2 3 4 5 6। ਪਹਿਲਾ ਕੁਐਸਚਨ ਜਿਹੜਾ ਤੁਹਾਨੂੰ ਪ੍ਰੋਪਰ ਆਂਸਰ ਮਿਲ ਗਿਆ, ਮਤਲਬ ਪ੍ਰੋਪਰ ਲਾਈਨ ਮਿਲ ਗਈ, ਉਹ ਤੋਂ ਸ਼ੁਰੂ ਕਰ ਸਕਦੇ ਹੋ। ਉਹਨੇ ਕੀ ਕਿਹਾ, F is to the immediate left of G। ਕਿਤੇ ਮਰਜ਼ੀ ਬਣਾ ਸਕਦੇ ਹੋ। G ਦੇ ਬਿਲਕੁਲ ਖੱਬੇ ਪਾਸੇ ਕੌਣ ਬੈਠਾ ਹੈ, F, ਜਿਹੜਾ ਕਿਹਦੇ ਆਪੋਜ਼ਿਟ ਹੈ A ਦੇ। ਤਾਂ ਜਿਹੜਾ ਕਿਹਦੇ ਆਪੋਜ਼ਿਟ ਹੈ A ਦੇ। ਅੱਗੇ ਉਹਨੇ ਕੀ ਕਿਹਾ, V is between A and J। A ਅਤੇ J ਦੇ ਵਿਚਕਾਰ ਕੌਣ ਹੈ V। A ਅਤੇ J ਦੇ ਵਿਚਕਾਰ ਕੌਣ ਹੈ, ਤਾਂ ਉਹਨੇ E ਦੀ ਜਗ੍ਹਾ ਬਚ ਗਈ, E ਆਪਣੇ ਕੋਲ ਉਰੇ ਆ ਗਿਆ ਤੇ E ਦੇ ਲੈਫਟ ਤੇ ਕੌਣ ਬੈਠਾ ਹੈ, A ਬੈਠਾ ਹੈ। ਬਿਲਕੁਲ ਹੀ ਸਹੀ ਆਂਸਰ। ਅੱਗੇ ਇੱਕ ਸਰਕੂਲਰ ਟੇਬਲ ਦੇ ਵਿੱਚ, ਇੱਕ ਰਾਉਂਡ ਟੇਬਲ ਦੇ ਵਿੱਚ, ਸਰਕੂਲਰ ਟੇਬਲ ਦੇ ਵਿੱਚ ਕੀ ਹੋ ਰੱਖਿਆ, B is sitting to the immediate left of D। ਪਹਿਲਾਂ ਬੰਦੇ ਬਣਾ ਲਓ, 1 2 3 4 5 6 ਬੰਦੇ ਨੇ, ਇੱਥੇ ਵੀ 6 ਲਾ ਲਓ, 1 2 3 4 5 6। ਕਿਤੇ ਮਰਜ਼ੀ 6 ਬੰਦੇ ਇੱਕ ਦੂਜੇ ਸਾਹਮਣੇ ਬਣਾ ਲਓ। ਉਹਨੇ ਕੀ ਕਿਹਾ, B is sitting immediate left of D। D ਦੇ ਬਿਲਕੁਲ ਖੱਬੇ ਪਾਸੇ ਕੌਣ ਬੈਠਾ ਹੈ, B ਬੈਠਾ ਹੈ। ਕੁਐਸਚਨ ਨੂੰ ਪੜ੍ਹਨਾ ਤੁਹਾਨੂੰ ਇੱਥੇ ਹੀ ਲਿਖਿਆ ਹੋਇਆ ਹੈ, B is sitting to the immediate left of D। D ਦੇ ਬਿਲਕੁਲ ਖੱਬੇ ਪਾਸੇ B ਬੈਠਾ ਹੈ। ਕੋਈ ਵੀ ਐ ਨਾ ਕਹੇ ਪੰਜਾਬੀ 'ਚ ਕਿਉਂ ਨਹੀਂ, ਇਹ ਇੰਨਾ ਤਾਂ ਇੰਗਲਿਸ਼ 'ਚ ਕਰਨਾ ਪਊਗਾ, ਪੰਜਾਬੀ 'ਚ ਨਹੀਂ ਬਣਨੀ ਗੱਲ, ਉਹ ਵਾਲੀ ਗੱਲ ਨਹੀਂ ਬਣਨੀ। ਜੇ ਤੁਸੀਂ ਸਿਟਿੰਗ ਅਰੇਂਜਮੈਂਟ ਲੈਵਲ ਦੇ ਕੁਐਸਚਨ ਕਰਦੇ ਹੋ ਤਾਂ ਉਮੀਦ ਕਰੋ ਕਿ ਤੁਹਾਨੂੰ ਇੰਗਲਿਸ਼ ਇੰਨੀ ਤਾਂ ਆਉਣੀ ਚਾਹੀਦੀ ਹੈ, ਬਿਲਕੁਲ ਸੌਖੀ ਹੈ। C is third to the right of E। ਜਿਹੜਾ C ਹੈ ਉਹ E ਦੇ ਥਰਡ ਰਾਈਟ ਤੇ ਹੈ। ਹੁਣ ਕੀ ਉਰੇ C ਹੈ, ਨਹੀਂ ਹੈ, E ਹੈ, ਨਹੀਂ ਹੈ, ਤਾਂ ਉਰੇ ਬਣਾ ਲਓ ਕਿ E ਦੇ ਪਹਿਲਾ ਦੂਜਾ ਤੀਜੇ ਰਾਈਟ ਤੇ ਕੌਣ ਹੈ, C। E ਦੇ ਤੀਜੇ ਰਾਈਟ ਤੇ ਕੌਣ ਹੈ, ਉਰੇ ਬਣਾ ਲਓ, ਠੀਕ ਹੈ। E ਦੇ ਤੀਜੇ ਰਾਈਟ ਤੇ, ਠੀਕ ਹੈ। C is to third right of E। A is between C and F। A ਜਿਹੜਾ ਹੈ ਉਹ C ਅਤੇ F ਦੇ ਵਿਚਕਾਰ ਹੈ। ਹੁਣ ਮੇਰੀ ਗੱਲ ਸੁਣੋ ਇੱਥੇ ਧਿਆਨ ਨਾਲ, C F ਉਰੇ ਵੀ ਆ ਸਕਦਾ, F ਅੱਗੇ ਵੀ ਸਾਰਾ, ਉਰੇ ਲੈ ਲਓ C ਅਤੇ F ਦੇ ਵਿਚਕਾਰ ਕੌਣ ਹੈ, A ਹੈ। ਇਹ ਐਵੇਂ ਵੀ ਹੋ ਸਕਦਾ ਤੇ F ਅਤੇ C ਦੇ ਵਿਚਕਾਰ A ਹੈ। ਇਹ ਐਵੇਂ ਵੀ ਹੋ ਸਕਦਾ ਹੈ। ਇਹਨੂੰ ਦੋਨੋਂ ਤਰੀਕੇ ਨਾਲ ਲਿਖਣਾ ਹੈ, A C ਤੇ F ਦੇ ਵਿਚਕਾਰ ਹੈ, ਕਿਵੇਂ ਮਰਜ਼ੀ ਹੋ ਸਕਦਾ। ਅੱਗੇ ਉਹਨੇ ਕੀ ਕਿਹਾ, A is between C and F। D is sitting immediate left of E। D is sitting to the immediate left of E। ਜਿਹੜਾ D ਹੈ ਉਹ E ਦੇ ਬਿਲਕੁਲ ਖੱਬੇ ਪਾਸੇ ਬੈਠਾ, ਤਾਂ ਇਹਦਾ ਮਤਲਬ E ਉਰੇ ਆਊਗਾ, ਕਿਉਂਕਿ ਜੇ E ਸਾਰੇ ਮੰਨ ਕੇ ਚੱਲੇ ਨਾ, ਸੈਂਟਰ ਨੂੰ ਹੀ ਦੇਖਣੇ। E ਦੇ ਖੱਬੇ ਪਾਸੇ ਕੌਣ ਬੈਠਾ ਹੈ, D। ਆਹੀ ਲਿਖਿਆ D is sitting immediate left of E। Who is sitting between A and D। ਹੁਣ ਆਪਣੇ ਕੋਲ ਕੀ ਆ ਗਿਆ, E ਆ ਗਿਆ। ਉਹਨੇ ਕਿਹਾ ਸੀ E ਦੇ ਦੋ ਸੱਜੇ ਤੇ ਕੌਣ ਹੈ, ਦੋ ਛੱਡ ਕੇ ਫਿਰ ਤੀਜਾ ਬੰਦਾ ਕੌਣ ਆ ਗਿਆ, C। ਤਾਂ E, ਉਹ ਤੋਂ ਬਾਅਦ ਪਹਿਲਾ ਸੱਜਾ ਛੱਡਤਾ, ਦੂਜਾ ਛੱਡਤਾ, ਇੱਥੇ ਕੌਣ ਬੈਠ ਗਿਆ, C। ਦੋ ਬੰਦੇ ਛੱਡ ਕੇ ਸੱਜੇ ਪਾਸੇ C ਸੀਗਾ, ਇਹ ਆਪਣੇ ਬਣਾ ਲਿਆ। ਉਹ ਤੋਂ ਬਾਅਦ ਉਹਨੇ ਕਿਹਾ ਸੀ A ਜਿਹੜਾ ਹੈ C ਤੇ F ਦੇ ਵਿਚਕਾਰ ਹੈ। ਜੇ C ਉਰੇ ਹੈ ਤਾਂ F ਉਰੇ ਆਊਗਾ, ਜੇ C ਉਰੇ ਹੈ ਤਾਂ F ਉਰੇ ਆਊਗਾ, ਤੇ A ਕਿੱਥੇ ਆਊਗਾ ਜੀ, ਵਿਚਕਾਰ ਆਊਗਾ। ਕੁਐਸਚਨ ਕੀ ਪੁੱਛਿਆ, A ਤੇ E ਦੇ ਵਿਚਕਾਰ ਕੌਣ ਹੈ, ਤਾਂ A ਹੈ, ਆ E ਆ, A ਤੇ E ਦੇ ਵਿਚਕਾਰ ਕੌਣ ਆ ਗਿਆ, F ਆ ਗਿਆ, ਤਾਂ F ਇਜ਼ ਦਾ ਰਾਈਟ ਆਂਸਰ। ਕੱਲੀ ਚੀਜ਼ ਆਰਾਮ ਨਾਲ ਲਿਖਣੀ ਹੈ, ਪ੍ਰੈਕਟਿਸ ਲਈ ਮੈਂ ਤੁਹਾਨੂੰ ਆ ਦੇ ਦੂੰਗਾ। ਜਿਹਨੂੰ PDF ਚਾਹੀਦੀ ਹੈ ਮੈਨੂੰ ਕਮੈਂਟ ਕਰ ਸਕਦਾ, ਮੈਂ PDF ਪੰਜਾਬੀ 'ਚ ਵੀ ਕਨਵਰਟ ਕਰਕੇ ਦੇ ਦੂੰਗਾ, ਬਟ ਇੱਥੇ ਤੁਹਾਨੂੰ ਐਂ ਕਰਨਾ ਪਊ। 5 ਫਰੈਂਡ ਨੇ ਇੱਕ ਬੈਂਚ ਤੇ ਬੈਠੇ ਨੇ ਤੇ ਕਿੱਧਰ ਫੇਸ ਕਰਕੇ, ਈਸਟ ਵੱਲ। ਹੁਣ ਇਹ ਈਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਈਸਟ ਇਧਰ ਹੁੰਦੀ ਹੈ। 1 2 3 4 5 ਬੰਦੇ ਬੈਠੇ ਨੇ, ਕਲੀਅਰ ਹੈ। ਰਿਤਿਕ ਵਾਜ਼ ਸੀਟਡ ਜਸਟ ਰਾਈਟ ਟੂ ਅਭੀ। ਹੁਣ ਇੱਥੇ ਨਾ ਤਾਂ ਅਭੀ ਦਾ ਪਤਾ ਨਾ ਰਿਤਿਕ ਦਾ ਪਤਾ, ਤਾਂ ਸਾਈਡ ਤੇ ਬਣਾ ਲਓ ਕਿ ਜਿਹੜਾ ਅਭੀ ਹੈ ਉਹਨੇ ਕੀ ਕਿਹਾ ਹੈ, ਰਿਤਿਕ ਵਾਜ਼ ਸਿਟ ਜਸਟ ਰਾਈਟ ਟੂ ਅਭੀ। ਅਭੀ ਦੇ ਜਸਟ ਰਾਈਟ ਤੇ ਕੌਣ ਬੈਠਾ ਹੈ, ਰਿਤਿਕ ਬੈਠਾ। ਬਸ ਆ ਬਣਾ ਲਓ, ਆਪਾਂ ਨੂੰ ਕੁਝ ਨਹੀਂ ਪਤਾ ਹੋਰ, ਠੀਕ ਹੈ ਜੀ। ਆ ਸਾਈਡ ਤੇ ਆਪਾਂ ਨੇ ਬਣਾ ਲਿਆ। ਬਟ ਔਨ ਦਾ ਥਰਡ ਲੈਫਟ ਆਫ ਰੰਜਨ। ਬਟ ਔਨ ਦਾ ਥਰਡ ਲੈਫਟ ਔਨ ਰੰਜਨ। ਹੁਣ ਤੁਹਾਨੂੰ ਬਟ ਬਾਰੇ ਪਤਾ, ਬਟ ਕਿਹਦੇ ਲਈ ਵਰਤਿਆ ਗਿਆ, ਪਹਿਲੇ ਬੰਦੇ ਲਈ। ਬਟ ਕਿਹਦੇ ਲਈ ਵਰਤਿਆ ਜਾਂਦਾ, ਪਹਿਲੇ ਬੰਦੇ ਲਈ। ਐਂਡ ਕਿਹਦੇ ਲਈ ਵਰਤਿਆ ਜਾਂਦਾ, ਪਹਿਲੇ ਬੰਦੇ ਲਈ। ਹੂ ਤੇ ਹੂਜ਼ ਵਰਤਿਆ ਜਾਂਦਾ ਦੂਜੇ ਬੰਦੇ ਲਈ। ਤਾਂ ਜਿਹੜਾ ਪਹਿਲਾ ਬੰਦਾ ਹੈ ਉਹ ਰੰਜਨ ਦੇ ਖੱਬੇ ਪਾਸੇ ਤੀਜੇ ਨੰਬਰ ਤੇ ਹੈ। ਪਹਿਲਾ ਬੰਦਾ ਕੌਣ ਸੀ ਇੱਥੇ, ਰਿਤਿਕ। ਰਿਤਿਕ ਜੋ ਹੈ ਉਹ ਰੰਜਨ ਦੇ ਉਰੇ ਕੌਣ ਹੋਊਗਾ, ਰੰਜਨ। ਰੰਜਨ ਦੇ ਤੀਜੇ ਖੱਬੇ ਤੇ ਹੈ, ਮਤਲਬ ਦੋ ਬੰਦੇ ਵਿੱਚ ਆ ਗਏ। ਇਹਦਾ ਪਹਿਲਾ ਖੱਬਾ, ਇਹਦਾ ਦੂਜਾ ਖੱਬਾ, ਇਹਦਾ ਤੀਜਾ ਖੱਬਾ। ਕਿਉਂਕਿ ਜਿਹੜਾ ਬੰਦਾ ਇਧਰ ਨੂੰ ਦੇਖ ਰਿਹਾ ਹੋਊਗਾ ਉਹਦਾ ਇਧਰ ਨੂੰ ਲੈਫਟ ਹੋਊਗਾ, ਇਧਰ ਨੂੰ ਰਾਈਟ ਹੋਊਗਾ। ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਕਿਉਂਕਿ ਉਹ ਈਸਟ ਵੱਲ ਦੇਖ ਰਿਹਾ, ਉਹਨੇ ਪਹਿਲਾਂ ਹੀ ਕਹਿਤਾ। ਅੱਗੇ ਉਹਨੇ ਕੀ ਕਿਹਾ ਹੈ, ਅਜੀਤ ਐਂਡ ਜਯੰਤ ਵਰ ਸਿਟਿੰਗ ਟੂਗੇਦਰ। ਅਜੀਤ ਤੇ ਜਯੰਤ ਕੀ ਬੈਠੇ ਨੇ, ਇਕੱਠੇ ਬੈਠੇ ਨੇ। ਪਹਿਲੀ ਗੱਲ ਤਾਂ ਦੇਖੋ 1 2 3 4 5 ਬੰਦੇ ਹੀ ਚਾਹੀਦੇ ਸੀ, 5 ਬੰਦੇ ਹੀ ਆਪਣੇ ਕੋਲੇ ਹੋ ਗਏ। ਤਾਂ ਆਪਣੇ ਕੋਲੇ ਇਹ ਸੀਕੁਐਂਸ ਕੀ ਬਣੂਗਾ, ਅਭੀ, ਰਿਤਿਕ, ਦੋ ਬੰਦੇ ਛੱਡ ਕੇ ਕੌਣ ਹੈ,
रंजन। उन्हें क्या जयंत बीइंग टू द राइट ऑफ अजीत, जयंत जिहड़ा है अजीत दे राइट ते बैठा है, ਇਹਦਾ मतलब जयंत किथे होगा, उरे होगा, अजीत किथे होगा जी, उरे, क्योंकि अजीत दा राइट ही आ वाला होगा, तो अजीत दे राइट ते कौन बैठा है, जयंत बैठा। अगे उन्हें की किया, हु वाज सिटिंग टू द एक्सट्रीम राइट ऑन द बेंच, हुण राइट कौन होगा जी, आ वाला बंदा कौन है, राइट, तो रंजन कौन है जी, बिल्कुल राइट ते बैठा है। इन्हें एक बार अपने हाथ नाल करके देखो, तुहानूं पता लगेगा, ठीक है। तुहानूं सिर्फ ये पता होना चाहिए लेफ्ट इधर नूं हुंदा ही, राइट इधर नूं, जो इधर नूं देख रहे हैं, क्योंकि किधर देख रहे हैं, ईस्ट वाल देख रहे हैं। Six house P Q R S T U R located in two rows with three houses in each rows, ਇਹਦਾ मतलब ਕੀ ਹੈ, दो रो ने, पहली रो दूजी रो, किन्ने हाउस ने 6, तो 1 2 3 1 2 3 6 घर ने, बना ले जी, ਆਪਾਂ ਨਾਮ ਨਹੀਂ ਲਿਖਣਾ, ਬਸ 6 ਘਰ ਨੇ, 2 रो ने, ਉਹਨੇ ਉੱਥੇ ਕਹਿ ਰੱਖਿਆ। The houses in both are rows facing each other, ਦੋਨੇ ਇਹਦੇ ਵਿੱਚ ਇਹੀ ਕਹਤਾ ਕਿ ਇੱਕ ਦੂਜੇ ਵੱਲ ਵੇਖ ਰਹੇ ਨੇ, ਤੇ ਮੈਨੇ ਪਹਿਲਾਂ ਹੀ ਬਣਾਤੇ। ਉਹਨੇ ਕੀ ਕਿਹਾ, P is facing T, ਜਿਹੜਾ P ਹੈ ਉਹ T ਨੂੰ ਦੇਖ ਰਿਹਾ। ਹੁਣ ਆਪਾਂ ਨੂੰ ਨਹੀਂ ਪਤਾ ਵੀ ਕੌਣ ਕਿਹੜੇ ਪਾਸੇ ਆ, ਬਸ ਆਪਾਂ ਇਹ ਬਣਾ ਲਿਆ ਵੀ ਜਿਹੜਾ P ਆ ਉਹ ਕਿਹਨੂੰ ਦੇਖ ਰਿਹਾ, T ਨੂੰ ਦੇਖ ਰਿਹਾ, ਆਪਾਂ ਨੇ ਸਾਈਡ ਤੇ ਬਣਾ ਲਿਆ, ਠੀਕ ਹੈ ਜੀ। Q is not facing U, Q ਜਿਹੜਾ ਹੈ ਉਹ ਕਿਹਨੂੰ ਫੇਸ ਨਹੀਂ ਕਰ ਰਿਹਾ, U ਨੂੰ, Q U ਨੂੰ ਫੇਸ ਨਹੀਂ ਕਰ ਰਿਹਾ। S is between P and U, ਹੁਣ ਆਪਾਂ ਨੂੰ ਪਤਾ ਲੱਗ ਗਿਆ ਨਾ, S is between P and U, ਤਾਂ ਉਰੇ ਮੰਨ ਕੇ ਚੱਲੋ ਆ ਕੀ ਹੈ S, ਆ ਕੀ ਹੈ P, ਆ ਕੀ ਹੈ U। ਇਹ ਹੋਰ ਤਰੀਕੇ ਨਾਲ ਵੀ ਬਣ ਸਕਦਾ, ਪਰ ਆਪਾਂ ਹਜੇ ਲਈ ਐਂ ਮੰਨ ਕੇ ਚੱਲਾਂਗੇ, ਕਿਉਂਕਿ ਇਸ ਕੁਐਸਚਨ ਦੇ ਵਿੱਚ ਇਹਦੀ ਲੋੜ ਨਹੀਂ ਪੈਣੀ, ਕਿਉਂਕਿ S is between P and U, ਤਾਂ ਇੱਥੇ U ਤੇ P ਐ ਵੀ ਹੋ ਸਕਦੀਗਾ, ਇਹ ਉੱਪਰਲੇ ਪਾਸੇ ਵੀ ਆ ਸਕਦੀ, ਪਰ ਇੱਥੇ ਲੋੜ ਨਹੀਂ ਪੈਣੀ, ਇੱਥੋਂ ਹੀ ਕੁਐਸਚਨ ਸੋਲਵ ਹੋਊਗਾ। P ਕਿਹਦੇ ਸਾਹਮਣੇ ਹੈ, T ਦੇ, ਤਾਂ P ਹੈ, P ਦੇ ਸਾਹਮਣੇ ਕੌਣ ਹੋਇਆ ਇੱਥੇ, T, P ਦੇ ਸਾਹਮਣੇ ਕੌਣ ਹੋਇਆ, T। ਜਿਹੜਾ Q ਆ ਉਹ U ਦੇ ਸਾਹਮਣੇ ਨਹੀਂ ਹੈਗਾ, ਜੇ Q ਉਰੇ ਨੇਗਾ ਤਾਂ Q ਉਰੇ ਬਚ ਗਿਆ, ਜੇ Q U ਦੇ ਸਾਹਮਣੇ ਨੇਗਾ, Q S ਦੇ ਸਾਹਮਣੇ ਆ। ਅੱਗੇ ਉਹਨੇ ਕੀ ਕਿਹਾ, ਕਿਹੜਾ ਬੰਦਾ ਬਚ ਗਿਆ, P Q R S, R ਬਚ ਗਈ, ਤਾਂ ਇੱਥੇ ਕੀ ਆਇਆ, ਇਕੱਲਾ R ਰਹਿ ਗਿਆ। ਉਹਨੇ ਅੱਗੇ ਕੁਐਸਚਨ 'ਚ ਕੀ ਕਿਹਾ, the three houses in same row, ਤਿੰਨ ਜਿਹੜੇ ਬੰਦੇ ਨੇ ਉਹ ਕਿਹੜੇ ਕਿਹੜੇ ਦੇ ਵਿੱਚ ਸੇਮ ਨੇ, T Q R, ਇਹ ਬਿਲਕੁਲ ਸਹੀ ਹੈ ਜੀ, ਠੀਕ ਹੈ ਜੀ, ਇਹ ਬਿਲਕੁਲ ਸਹੀ ਹੈ। ਇਹ ਕੀ ਨੇ ਆਪਣੇ ਕੋਲ, ਇੱਕੋ ਲਾਈਨ ਦੇ ਵਿੱਚ ਨੇ, A is the right answer। ਬਹੁਤ ਸੌਖੇ ਕੁਐਸਚਨ ਆਉਂਦੇ ਨੇ, ਐਡਾ ਔਖਾ ਨਹੀਂ ਹੁੰਦਾ। 5 animal are in their cages in certain zoo, ਇੱਕ zoo ਦੇ ਵਿੱਚ 5 ਬੰਦੇ ਨੇ, the cages are in row। ਹੁਣ ਦੇਖੋ ਇਹਨੇ ਰੋ ਦੇ ਵਿੱਚ ਕਹਿਤਾ, ਆ ਰੋ ਦੇ ਵਿੱਚ ਕਿੰਨੇ ਜਣੇ ਕਹੇ ਨੇ, 5, 1 2 3 4 5 ਬੰਦੇ ਆਪਾਂ ਨੇ ਬਣਾ ਲਏ। the cages are in row, monkeys at the extreme end of the row। ਹੁਣ ਮੰਕੀ ਜਿਹੜਾ ਹੈ ਐਕਸਟ੍ਰੀਮ ਐਂਡ ਤੇ ਹੈ, ਜਾਂ ਤਾਂ ਮੰਕੀ ਕਿੱਥੇ ਹੋਊਗਾ ਜੀ, ਉਰੇ ਹੋਊਗਾ, ਜਾਂ ਇੱਕ ਹੋਰ ਜੇ ਆਪਾਂ ਕੰਡੀਸ਼ਨ ਬਣਾ ਲਈਏ, ਵੈਸੇ ਲੋਡ ਪੈਣੀ ਨਹੀਂ, ਪਰ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਹੋਊਗਾ। 1 2 3 4 5, ਜਾਂ ਮੰਕੀ ਕਿੱਥੇ ਹੋਊਗਾ ਜੀ, ਇੱਥੇ। ਦੋ ਹੀ ਐਂਡ ਹੁੰਦੇ ਨੇ, ਐਕਸਟ੍ਰੀਮ ਐਂਡ ਦਾ ਮਤਲਬ ਬਿਲਕੁਲ ਹੁੰਜਾ ਦੋਨਾਂ ਤੇ ਕਿਤੇ ਵੀ ਹੋ ਸਕਦਾ। ਉਹਨੇ ਅੱਗੇ ਕੀ ਕਿਹਾ, ਕਾਊ ਇਜ਼ ਐਟ ਇਮੀਡੀਏਟ ਲੈਫਟ ਆਫ ਡੀਅਰ, ਡੀਅਰ ਦੇ ਬਿਲਕੁਲ ਖੱਬੇ ਕੌਣ ਹੈ, ਕਾਊ, ਤਾਂ ਡੀਅਰ ਹੈ, ਇਹਦੇ ਬਿਲਕੁਲ ਖੱਬੇ ਕੌਣ ਹੈ, ਕਾਊ, ਤਾਂ ਇਹ ਹਮੇਸ਼ਾ ਜਿੱਥੇ ਵੀ ਬਣੂਗਾ ਐਂ ਹੀ ਬਣੂਗਾ, ਡੀਅਰ ਦੇ ਬਿਲਕੁਲ ਖੱਬੇ ਕਾਊ। ਲਾਇਨ ਇਜ਼ ਐਟ ਦ ਐਕਸਟ੍ਰੀਮ ਰਾਈਟ ਐਂਡ ਆਫ ਦ रो, ਇਹਦਾ ਮਤਲਬ ਲਾਇਨ ਕਿੱਥੇ ਹੋ ਗਈ, ਉਰੇ, ਕਿਉਂਕਿ ਰਾਈਟ ਐਂਡ ਇਹੀ ਹੈ, ਤਾਂ ਉਰੇ ਤਾਂ ਆ ਨਹੀਂ ਸਕਦਾ, ਤਾਂ ਆਹ ਬਿਲਕੁਲ ਹੀ ਡਾਇਗਰਾਮ ਹੀ ਗਲਤ ਹੋ ਗਈ। Fox is exactly between deer and lion, ਹੁਣ ਮੇਰੀ ਗੱਲ ਸੁਣੋ, ਜੇ ਉਰੇ ਡੀਅਰ ਹੈ, ਉਰੇ ਕਾਊ ਹੈ, ਤਾਂ ਉਰੇ ਤਾਂ ਲਾਇਨ ਆ ਨਹੀਂ ਸਕਦਾ। ਉਹਨੇ ਇਹੀ ਕਿਹਾ ਨਾ ਕਿ ਡੀਅਰ ਐਂਡ ਲਾਇਨ ਦੇ ਵਿਚਕਾਰ ਕੌਣ ਹੈ, ਫੌਕਸ। ਇਹਦਾ ਮਤਲਬ ਡੀਅਰ ਤੇ ਲਾਇਨ ਦੇ ਵਿਚਕਾਰ ਕੌਣ ਹੈ, ਫੌਕਸ। ਆਪਣੇ ਕੋਲ ਆਹੀ ਬਣ ਗਿਆ CDFL, ਤਾਂ ਇਹ ਉਰੇ ਆ ਜਾਣਗੇ CDFL, ਠੀਕ ਹੈ, CDFL, ਮੰਕੀ, ਕਾਊ, ਡੀਅਰ ਤੇ ਆਪਣੇ ਕੋਲੇ ਫੌਕਸ ਤੇ ਲਾਇਨ। ਇਹ ਆਪਣੇ ਕੋਲ ਬਣ ਗਿਆ। ਉਹਨੇ ਪੁੱਛਿਆ ਵਿਚ ਐਨੀਮਲ ਇਜ਼ ਦ ਸੈਕੰਡ ਪੋਜੀਸ਼ਨ ਫਰੋਮ ਦ ਲੈਫਟ, ਤਾਂ ਲੈਫਟ ਸਾਈਡ ਆ ਹੁੰਦੀ ਆਪਣੇ ਕੋਲੇ, ਇੱਥੋਂ ਸੈਕੰਡ ਨੰਬਰ ਤੇ ਕੌਣ ਹੈ, ਕਾਊ, ਤਾਂ ਸੈਕੰਡ ਨੰਬਰ ਤੇ ਕੌਣ ਆ ਗਈ ਜੀ, ਕਾਊ ਇਜ਼ ਦ ਰਾਈਟ ਆਨਸਰ। ਐਂਡ ਤੁਸੀਂ ਕਰ ਸਕਦੇ ਹੋ ਆਪਣੇ ਹੱਥਾਂ ਨਾਲ ਵੀ। 5 ਸਟੂਡੈਂਟਸ KLMNO was sitting on a bench such a way M is between L and O, ਠੀਕ ਹੈ ਜੀ। ਜਿਹੜਾ ਇਹ 5 ਬੰਦੇ ਨੇ, ਇਹ ਇੱਕ ਬੈਂਚ ਤੇ ਬੈਠੇ ਨੇ, ਆਪਾਂ ਬਣਾ ਲਓ 1 2 3 4 5 ਬੰਦੇ ਬੈਠੇ ਨੇ। ਉਹਨੇ ਕੀ ਕਿਹਾ, M is between L and O, ਆਪਾਂ ਨੂੰ ਨਹੀਂ ਪਤਾ M ਕਿੱਥੇ ਹੈ, ਤਾਂ ਆਪਾਂ ਨੇ ਬਸ M ਬਣਾ ਲਿਆ, M L ਤੇ O ਦੇ ਵਿਚਕਾਰ। ਇਹ ਐ ਵੀ ਹੋ ਸਕਦਾ, ਇਹ ਐ ਵੀ ਹੋ ਸਕਦਾ, ਕਿਉਂਕਿ M L ਤੇ O ਦੇ ਵਿਚਕਾਰ ਹੈ, ਕਿਵੇਂ ਮਰਜ਼ੀ ਹੋ ਸਕਦਾ। N was at the left of K, ਜਿਹੜਾ N ਹੈ ਉਹ K ਦੇ ਲੈਫਟ ਤੇ ਹੈ, N K ਦੇ ਲੈਫਟ ਤੇ ਹੈ। There was vacant place at the left of O, O ਦੇ ਬਿਲਕੁਲ ਖੱਬੇ ਪਾਸੇ ਕੀ ਹੈ, ਖਾਲੀ ਜਗ੍ਹਾ। ਤਾਂ ਇਹਦਾ ਮਤਲਬ ਆ ਤਾਂ ਆ ਨਹੀਂ ਸਕਦਾ, ਕਿਉਂਕਿ ਉਹਦੇ ਪਾਸੇ ਖਾਲੀ ਜਗ੍ਹਾ, ਤਾਂ ਇੱਥੇ ਇੱਕ ਖਾਲੀ ਜਗ੍ਹਾ ਹੈ। Who was the second to the right of M, ਤਾਂ M ਦੇ ਸੈਕੰਡ ਰਾਈਟ ਤੇ ਕੌਣ ਹੈ। ਆ ਦੇਖੋ ਹੁਣ ਇੱਥੇ ਕੀ ਆ ਗਿਆ, OML ਆ ਗਿਆ, OML ਇਕੱਠਾ ਹੋਊਗਾ, ਕਿਤੇ ਵੀ ਆ ਸਕਦਾ, ਇਹ ਮੰਨ ਕੇ ਚੱਲੋ। ਉਹਨੇ ਕੀ ਕਿਹਾ, O ਦੇ ਖੱਬੇ ਪਾਸੇ ਕੀ ਹੈ, ਖਾਲੀ ਜਗ੍ਹਾ ਹੈ, ਤਾਂ ਉਰੇ ਕੀ ਲਿਖ ਦਾਂਗੇ ਆਪਾਂ, OML N K। ਆ ਚੀਜ਼ ਬਣ ਗਈ ਨਾ ਆਪਣੇ ਕੋਲੇ, ਕਿਉਂਕਿ N ਦੇ ਬਿਲਕੁਲ ਖੱਬੇ, K ਦੇ ਬਿਲਕੁਲ ਖੱਬੇ ਕੌਣ ਹੈ,
N है, इथे LMO, यानी कि देयर वाज अ वैकेंट प्लेस एट द लेफ्ट ऑफ O ਦੇ ਖੱਬੇ ਪਾਸੇ ਕੀ ਹੈ, ਖਾਲੀ ਜਗ੍ਹਾ ਹੈ। ਤਾਂ ਇਹ ਕੀ ਹੋ ਗਿਆ ਆਪਣੇ ਕੋਲੇ, ਖਾਲੀ ਜਗ੍ਹਾ ਹੋ ਗਈ। ਇੱਥੇ ਇਹ ਦੱਸ ਰਿਹਾ ਕਿ O ਬਿਲਕੁਲ O ਤੇ ਖੂੰਜੇ ਤੇ ਲੱਗਿਆ ਹੋਇਆ, ਠੀਕ ਹੈ ਜੀ। ਹਾਂ, ਅੱਗੇ ਕੁਐਸਚਨ ਕੀ ਹੈ, ਹੂ ਇਜ਼ ਸੈਕੰਡ ਟੂ ਦ ਰਾਈਟ ਆਫ M, M ਦੇ ਸੈਕੰਡ ਰਾਈਟ ਤੇ ਕੌਣ ਹੈ, ਤਾਂ M ਦੇ ਸੈਕੰਡ ਰਾਈਟ ਤੇ N ਬਣੂਗਾ ਜੀ। ਤਾਂ N ਕੀ ਹੈ, M ਦੇ ਬਿਲਕੁਲ ਸੈਕੰਡ ਰਾਈਟ ਤੇ ਹੈ, ਠੀਕ ਹੈ ਜੀ। ਅੱਗੇ ਕੀ ਹੈ, 5 planes A, B, P, Q and R were saluting Independence Day, ਪੰਜ ਜਿਹੜੇ ਪਲੇਨ ਨੇ ਉਹ ਸਲੂਟ ਕਰ ਰਹੇ ਨੇ ਸੱਚ ਵੇ ਦੈਟ R was second, ਪੰਜ ਨੇ ਤਾਂ ਲਾਈਨ ਦੇ ਵਿੱਚ ਪਹਿਲਾਂ ਪੰਜ ਬਣਾ ਲਓ, 1 2 3 4 5 ਪਲੇਨ ਨੇ, ਠੀਕ ਹੈ ਜੀ। ਹੁਣ ਉਹਨੇ ਕੀ ਕਿਹਾ, R was second to the left of Q, R ਜਿਹੜਾ ਹੈ ਉਹ Q ਦੇ ਸੈਕੰਡ ਲੈਫਟ ਤੇ ਹੈ, ਤਾਂ Q ਦਾ ਪਹਿਲਾ ਲੈਫਟ, Q ਦਾ ਦੂਜਾ ਲੈਫਟ, ਤਾਂ ਇਹ ਹਮੇਸ਼ਾ ਐਂ ਆਉਣਗੇ ਜਿੱਥੇ ਮਰਜੀ ਆਉਣ। Q but immediate right of A, ਹੁਣ but ਕਿਹਦੇ ਲਈ ਵਰਤਿਆ ਗਿਆ ਇੱਥੇ, but ਸ਼ਬਦ ਕਿਹਦੇ ਲਈ ਵਰਤਿਆ ਗਿਆ ਜੀ, R ਦੇ ਲਈ। R ਜਿਹੜਾ ਹੈ immediate right of A ਹੈ, A ਦੇ ਬਿਲਕੁਲ ਰਾਈਟ ਤੇ ਹੈ, ਤਾਂ ਆ ਚੀਜ਼ ਬਣ ਗਈ। ਹਜੇ ਇੱਥੇ ਕੁਝ ਨਹੀਂ ਪੜਨਾ ਚਾਹਤਾ, ਕਹਿਣਾ ਚਾਹਤਾ ਵੀ ਐਕਸਟ੍ਰੀਮ ਐਂਡ ਤੇ ਆ, ਮਿਡਲ ਤੇ ਆ, ਕਿਤੇ ਵੀ, ਠੀਕ ਹੈ, ਪਤਾ ਹੋਣਾ ਚਾਹੀਦਾ। There was one plane between B and P, B ਅਤੇ P ਦੇ ਵਿਚਕਾਰ ਇੱਕ ਪਲੇਨ ਹੈ, ਠੀਕ ਹੈ, B ਅਤੇ P ਦੇ ਵਿਚਕਾਰ ਇੱਕ ਪਲੇਨ ਹੈ, ਤਾਂ ਇੱਥੇ ਆ ਵੀ ਚੀਜ਼ ਆ ਸਕਦੀ ਹੈ, ਕੁਝ ਵੀ ਆ ਸਕਦਾ। ਤਾਂ ਪਰ ਉਹਨੇ ਕੀ ਗੱਲ ਕਹਿਤੀ ਕਿ B was not at any end, ਜਿਹੜਾ B ਆ ਉਹ ਨਾ ਤਾਂ ਉਰੇ ਆ ਸਕਦਾ, ਮਤਲਬ ਆ ਉਰੇ ਲਿਖਤਾ ਉਹਨੇ, B ਨਾ ਤਾਂ ਇੱਥੇ ਆ ਸਕਦਾ, B ਨਾ ਤਾਂ ਉਰੇ ਆ ਸਕਦਾ। ਉਹਨੇ ਕਿਹਾ P ਤੇ Q ਨੇਬਰ ਨੇ, P ਅਤੇ Q ਨੇਬਰ ਨੇ, ਇਹਦਾ ਮਤਲਬ ਜਿਹੜਾ P ਹੋਊਗਾ ਉਹ ਉਰੇ ਹੋ ਸਕਦਾ, ਕਿਉਂਕਿ P ਤੇ Q ਜੇ ਨੇਬਰ ਨੇ, P ਉਰੇ ਹੋ ਸਕਦਾ ਨਾ, P ਤੇ Q ਨੇਬਰ ਨੇ। ਜੇ P ਤੇ Q ਨੇਬਰ ਨੇ, P ਅਤੇ B ਦੇ ਵਿਚਕਾਰ ਇੱਕ ਬੰਦਾ ਹੈ, P ਅਤੇ ਉਰੇ B ਆ ਜਾਊਗਾ, ਕਿਉਂਕਿ P ਅਤੇ B ਦੇ ਵਿਚਕਾਰ ਕੀ ਹੋਊਗਾ, ਤਾਂ ਆਪਣੇ ਕੋਲ ਕੀ ਬਣੇਗਾ, ARP Q, ਸੌਰੀ ਕਿਉਂ ਉਰੇ ਨਹੀਂ ਆ ਸਕਦਾ, ਕਿਉਂ ਨਹੀਂ ਆ ਸਕਦਾ, ਕਿਉਂਕਿ ਫਿਰ ਆਪਣੇ ਕੋਲੇ B ਆਪਾਂ ਨੂੰ ਖੂੰਜੇ ਤੇ ਲੈਣਾ ਪਊ, ਤਾਂ ਆਪਣੇ ਕੋਲੇ ਉਰੇ ਕੀ ਆਊਗਾ, B ਆਊਗਾ ਜੀ, ਉਰੇ ਕੀ ਆਊਗਾ, P ਆਊਗਾ। ਤਾਂ ਇਹਦੇ ਨਾਲ ਕੀ ਹੋ ਜਾਊਗਾ, ਉਰੇ B ਆ ਗਿਆ, ਉਰੇ P ਆ ਗਿਆ, ਤੇ ਉਰੇ ਕੀ ਆ ਗਿਆ ਆਪਣੇ ਕੋਲੇ Q। ਆਪਣੇ ਕੋਲ ਸਾਰੀ ਸ਼ਰਤਾਂ ਪੂਰੀ ਹੋ ਗਈਆਂ, B ਅਤੇ P ਦੇ ਵਿਚਕਾਰ ਇੱਕ ਬੰਦਾ, B ਅਤੇ P ਦੇ ਵਿਚਕਾਰ ਇੱਕ ਬੰਦਾ, P ਅਤੇ Q ਇਕੱਠੇ, P ਅਤੇ Q ਇਕੱਠੇ, B ਕਾਰਨਰ ਤੇ ਉੱਤੇ ਨਹੀਂ ਆ ਰਿਹਾ, ਠੀਕ ਹੈ ਜੀ। ਆਪਾਂ ਬਣਾਤਾ ਉੱਥੇ B ਵੀ ਸਕਦੇ ਸੀ, ਪਰ ਉੱਥੇ B ਨਹੀਂ ਆਂਦਾ, ਕਿਉਂ ਨਹੀਂ ਕਿਹਾ ਤਾਂ B ਕਿਸੇ ਵੀ ਐਂਡ ਦੇ ਉੱਤੇ ਨਹੀਂ ਆ। ਹੂ ਵਾਜ਼ ਐਟ ਦ ਲੈਫਟ ਐਂਡ, ਤਾਂ ਲੈਫਟ ਐਂਡ ਤੇ ਕੌਣ ਹੈ, A ਆਪਣੇ ਕੋਲੇ ਲੈਫਟ ਐਂਡ ਤੇ ਹੈ, A ਇਜ਼ ਦ ਰਾਈਟ ਆਨਸਰ। ਅੱਗੇ ਉਹਨੇ ਕਿਹਾ ਊਸ਼ਾ, ਤੁਲਸੀ, ਦਿਵਿਆ, ਪੂਜਾ, ਰੋਹਿਤ ਤੇ ਜਿਹੜੇ ਵੀ ਨੇ ਨਾਰਥ ਵੱਲ ਫੇਸਿੰਗ ਕਰਕੇ ਬੈਠੇ ਨੇ, ਕਿੱਥੇ ਬੈਠੇ ਨੇ, ਨਾਰਥ ਵੱਲ। 1 2 3 4 ਕਿੰਨੇ ਜਣੇ ਨੇ, 1 2 3 4 5 6 7 ਜਣੇ ਨੇ, 4 5 6 7, ਇਹ ਬੰਦੇ ਕਿੱਥੇ ਮੂੰਹ ਕਰਕੇ ਬੈਠੇ ਨੇ, ਨਾਰਥ ਵੱਲ ਮੂੰਹ ਕਰਕੇ ਬੈਠੇ ਨੇ। ਰੋਹਿਤ ਵਾਜ਼ ਐਟ ਦ ਇਮੀਡੀਏਟ ਲੈਫਟ ਆਫ ਆਕਾਸ਼, ਆਕਾਸ਼ ਦੇ ਬਿਲਕੁਲ ਖੱਬੇ ਕੌਣ ਹੈ, ਰੋਹਿਤ। ਇਹ ਗੱਲ ਉਹਨੇ ਕਹਿਤੀ, ਠੀਕ ਹੈ ਜੀ। ਸਾਈਡ ਤੇ ਲਿਖ ਲਿਆ ਕਰੋ ਜਿਹੜੀ ਚੀਜ਼ ਵਿੱਚ ਨਹੀਂ ਪਾ ਸਕਦੇ। ਅੱਗੇ ਉਹਨੇ ਕੀ ਕਿਹਾ, ਵਾਈਲ ਦਿਵਿਆ ਵਾਜ਼ ਨੇਬਰ ਆਫ ਤੁਲਸੀ ਐਂਡ ਪੂਜਾ, ਮਤਲਬ ਜਿਹੜੀ ਦਿਵਿਆ ਹੈ, ਸੌਰੀ ਇਹ ਗਲਤ ਬਣ ਗਿਆ ਉਹਨੇ ਬਣਾਉਣਾ, ਜਿਹੜੀ ਦਿਵਿਆ ਹੈ ਉਹ ਤੁਲਸੀ ਅਤੇ ਪੂਜਾ ਦੇ ਵਿਚਕਾਰ ਹੈ, ਤਾਂ ਐ ਵੀ ਬਣ ਸਕਦਾ ਤੇ ਇਹ ਵੀ ਬਣ ਸਕਦਾ, ਪੂਜਾ ਦਿਵਿਆ ਤੁਲਸੀ, ਇਹ ਕੁਝ ਵੀ ਆ ਸਕਦਾ, ਇਹ ਆਪਾਂ ਨੂੰ ਅੱਗੇ ਪਤਾ ਲੱਗ ਜੂਗਾ। The one who was third to the left of Pooja was on one of the end, ਹੁਣ ਮੇਰੀ ਗੱਲ ਸੁਣੋ, ਉਹਨੇ ਕਿਹਾ ਕੋਈ ਇਹੋ ਜਿਹਾ ਬੰਦਾ ਜੋ ਪੂਜਾ ਦੇ ਥਰਡ ਲੈਫਟ ਤੇ ਹੈ, ਮੰਨ ਲਓ ਆ ਪੂਜਾ, ਇਹਦੇ ਥਰਡ ਲੈਫਟ ਤੇ 1 2 3, ਇੱਥੇ ਕੋਈ ਬੰਦਾ ਬੈਠਾ ਹੈ, ਉਹ ਕਿਸੇ ਨਾ ਕਿਸੇ ਇੱਕ ਖੁੰਝੇ ਤੇ। ਹੁਣ ਆਬਵੀਅਸ ਜੀ ਗੱਲ ਹੈ, ਜਿਹੜਾ ਬੰਦਾ ਇੱਥੇ ਬੈਠਾ ਹੈ, ਜਿਹੜਾ ਬੰਦਾ ਇਧਰਲੇ ਪਾਸੇ ਬੈਠਾ ਹੈ, ਉਹ ਇਧਰਲੇ ਖੁੰਝੇ ਤੇ ਹੋਊਗਾ, ਇਹਦਾ ਮਤਲਬ ਇਹ ਉਹ ਖੁੰਝੇ ਦੀ ਗੱਲ ਹੋ ਰਹੀ ਹੈ ਜਿਹਦੇ ਉੱਤੇ ਉਹ ਬੈਠਾ ਹੈ। ਆ ਦੋ ਬੰਦੇ ਛੱਡਦੇ ਆਪਾਂ ਨੇ, ਇੱਥੇ ਕੌਣ ਬੈਠੀ ਹੈ, ਪੂਜਾ ਬੈਠੀ ਹੈ, ਇੱਥੇ ਕੌਣ ਬੈਠੀ ਹੈ ਜੀ, ਪੂਜਾ ਬੈਠੀ ਹੈ, ਆਪਾਂ ਨੂੰ ਪਤਾ ਲੱਗ ਗਿਆ ਇੱਥੇ ਪੂਜਾ ਬੈਠੀ ਹੈ। ਅਦਿਤੀ ਵਾਜ਼ ਫੋਰਥ ਆਫ ਦ ਲੈਫਟ ਆਫ ਰੋਹਿਤ, ਰੋਹਿਤ ਦੇ ਫੋਰਥ ਲੈਫਟ ਤੇ ਹੈ। ਹੁਣ ਆ ਰੋਹਿਤ ਹੈ, ਰੋਹਿਤ ਦਾ ਫੋਰਥ ਲੈਫਟ, ਪਹਿਲਾ ਲੈਫਟ, ਦੂਜਾ ਲੈਫਟ, ਤੀਜਾ ਲੈਫਟ, ਚੌਥਾ ਲੈਫਟ, ਤਾਂ ਰੋਹਿਤ ਦੇ ਫੋਰਥ ਲੈਫਟ ਤੇ ਕੌਣ ਬੈਠੀ ਹੈ, ਆਪਣੇ ਕੋਲੇ ਅਦਿਤੀ, ਪਹਿਲਾ ਦੂਜਾ ਤੀਜਾ ਚੌਥਾ, ਤਾਂ ਇੱਥੇ ਕੌਣ ਬੈਠੀ ਹੈ, ਅਦਿਤੀ। ਹੁਣ ਮੇਰੀ ਗੱਲ ਸੁਣੋ, ਜੇ ਆਪਾਂ ਆਕਾਸ਼ ਨੂੰ ਉਰੇ ਬਿਠਾ ਦਈਏ, ਆਕਾਸ਼, ਰੋਹਿਤ, ਰੋਹਿਤ ਦੇ ਫੋਰਥ ਲੈਫਟ ਤੇ ਕੌਣ ਆ, ਅਦਿਤੀ, ਤਾਂ 1 2 3 4, ਇੱਥੇ ਕੌਣ ਆ ਗਈ, ਅਦਿਤੀ। ਤਾਂ ਇੱਕ ਤਾਂ ਪੋਜੀਸ਼ਨ ਆ ਬਣ ਜੂਗੀ ਵੀ ਉਰੇ ਆ ਜੇ, ਦੂਜੀ ਕੀ ਬਣ ਜੂਗੀ, ਜੇ ਆਪਾਂ 1 2 3 4 5 6 7 ਬੰਦੇ ਬਣਾ ਲਏ, ਆਪਣੇ ਕੋਲੇ ਪੂਜਾ ਤਾਂ ਉਰੇ ਹੀ ਰਹੂਗੀ, ਆਪਣੇ ਕੋਲੇ ਆ ਗਈ ਸੀ ਪੂਜਾ। ਹੁਣ ਆਪਾਂ ਆਕਾਸ਼ ਨੂੰ ਉਰੇ ਬਣਾ ਲਈਏ, ਆਕਾਸ਼ ਉਰੇ ਕੌਣ ਆ ਗਿਆ, ਰੋਹਿਤ, ਇਹਦੇ 1 2 3 ਚੌਥੇ ਨੰਬਰ ਤੇ ਕੌਣ ਆ ਗਈ, ਅਦਿਤੀ। ਇਹ ਦੋ ਪੋਜੀਸ਼ਨਾਂ ਹੀ ਬਣ ਸਕਦੀਆਂ ਨੇ ਇਸ ਗੱਲ ਤੋਂ, ਠੀਕ ਹੈ।
ਪਰ ਉਹਨੇ ਕੀ ਕਿਹਾ ਆਪਣੇ ਕੋਲੇ, ਜਿਹੜੀ ਪੂਜਾ ਅਤੇ ਤੁਲਸੀ ਦੇ ਵਿਚਕਾਰ ਕੌਣ ਹੈ, ਪੂਜਾ ਅਤੇ ਤੁਲਸੀ ਦੇ ਵਿਚਕਾਰ ਪੂਜਾ ਤੁਲਸੀ ਦੇ ਦਿਵਿਆ। ਹੁਣ ਜੇ ਅਦਿਤੀ ਉਰੇ ਆ ਗਈ ਫਿਰ ਤਾਂ ਪੂਜਾ ਤੇ ਤੁਲਸੀ ਬਣੇਗੀ, ਕਿਉਂਕਿ ਨਾ ਤਾਂ ਉਰੇ ਬਣ ਨਾ ਉਰੇ ਬਣ, ਤਾਂ ਕਰਕੇ ਪਹਿਲੀ ਡਾਇਗਰਾਮ ਆਪਣੀ ਕੀ ਹੋਗੀ, ਗਲਤ ਹੋगी। मैं एक बार ਤੁਹਾਨੂੰ ਦੁਬਾਰਾ ਇੱਥੇ ਸਾफ ਸਾफ ਬਣਾ ਦਿੰਦਾ, ठीक है जी। 1 2 3 4 5 6 और ये 7। तो सब तो एंड ते खाली छाड़ दो, उरे किनू रख दो, आकाश। उरे कौन आ गया, रोहित। उरे कौन आ गई, पूजा। नाम ਜਿਹੜੇ ਬੋਲ ਰਹਾ ਨਾਮ ਨਾਲ ਲਿਖ ਦਿਓ। ਤੇ ਇੱਥੇ ਲਾਸਟ ਤੇ ਕੌਣ ਆ ਗਈ ਸੀ ਆਪਣੇ ਕੋਲੇ, ਆਦਿਤੀ। ਆਦਿਤੀ। ਉਹਨੇ ਕਿਹਾ ਪੂਜਾ ਅਤੇ ਤੁਲਸੀ ਦੇ ਵਿਚਕਾਰ, ਉਰੇ ਕੌਣ ਆ ਜੂਗੀ, ਤੁਲਸੀ। ਪੂਜਾ ਅਤੇ ਤੁਲਸੀ ਦੇ ਵਿਚਕਾਰ ਕੌਣ, ਉਰੇ ਕੌਣ ਆ ਗਈ, ਦਿਵਿਆ। ਤੇ ਸਭ ਤੋਂ ਮੂਰ ਤੇ ਕੌਣ ਆ ਗਿਆ, ਜਿਹੜਾ ਰਹਿ ਗਿਆ ਤਾਂ ਊਸ਼ਾ ਰਹਿ ਗਈ। ਊਸ਼ਾ ਆਪਣੇ ਕੋਲ ਸਭ ਤੋਂ ਪਹਿਲਾਂ ਆ ਜੂਗੀ, ਠੀਕ ਹੈ ਜੀ। ਜੇ ਇਹਨਾਂ ਦੇ ਨਾਮ ਚੇਂਜ ਨੇ ਸਭ ਦੇ ਤਾਂ ਮੈਂ ਇੱਥੇ ਦੁਬਾਰਾ ਤੁਹਾਨੂੰ ਲਿਖ ਦਿੰਦਾ ਕਿ ਆਪਣੇ ਕੋਲੇ ਡਾਇਗਰਾਮ ਕੁਝ ਇਸ ਤਰੀਕੇ ਨਾਲ ਬਣ ਗਈ। ਸਭ ਤੋਂ ਪਹਿਲਾਂ ਆਪਣੇ ਕੋਲੇ ਆਦਿਤੀ ਆ ਗਈ, ਉਹ ਤੋਂ ਬਾਅਦ ਆਪਣੇ ਕੋਲੇ ਤੁਲਸੀ ਆ ਗਈ, ਉਹ ਤੋਂ ਬਾਅਦ ਆਪਣੇ ਕੋਲੇ ਦਿਵਿਆ ਆ ਗਈ, ਉਹ ਤੋਂ ਬਾਅਦ ਆਪਣੇ ਕੋਲੇ ਪੂਜਾ ਆ ਗਈ, ਉਹ ਤੋਂ ਬਾਅਦ ਆਪਣੇ ਕੋਲੇ ਰੋਹਿਤ ਆ ਗਿਆ, ਰੋਹਿਤ ਤੋਂ ਬਾਅਦ ਆਪਣੇ ਕੋਲੇ ਆਕਾਸ਼ ਆ ਗਿਆ, ਤੇ ਆਕਾਸ਼ ਤੋਂ ਬਾਅਦ ਆਪਣੇ ਕੋਲੇ ਊਸ਼ਾ ਆ ਗਈ। ਇਹ ਆਪਣੇ ਕੋਲੇ ਪੈਟਰਨ ਬਣ ਗਿਆ। ਉਹਨੇ ਪੁੱਛਿਆ ਹੂ ਵਰ ਦ ਨੇਬਰ ਆਫ ਤੁਲਸੀ, ਤਾਂ ਤੁਲਸੀ ਦਾ ਨੇਬਰ ਕੌਣ ਹੈ, ਅਦਿਤੀ ਤੇ ਦਿਵਿਆ। ਅਦਿਤੀ ਤੇ ਦਿਵਿਆ ਕਿਨੇ, ਤੁਲਸੀ ਦੇ ਨੇਬਰ ਨੇ, ਠੀਕ ਹੈ ਜੀ। ਉਹਨੇ ਕਿਹਾ 6 ਫਰੈਂਡ ਇੱਕ ਡੰਬ ਸ਼ਰਾਰਤ ਖੇਡ ਰਹੇ ਨੇ, ਮਤਲਬ ਡੰਬ ਸੈਡਸ ਉਹੀ ਹੋਊਗੀ। ਅਰਾਊਂਡ ਅ ਸਰਕੂਲਰ ਟੇਬਲ ਫੇਸਿੰਗ ਦਾ ਸੈਂਟਰ, ਟੇਬਲ ਦੇ ਵਿੱਚ ਖੇਡ ਰਹੇ ਨੇ, ਸੈਂਟਰ ਵੱਲ ਮੂੰਹ ਕਰਕੇ ਖੇਡ ਰਹੇ ਨੇ। ਕਿੰਨੇ ਜਣੇ ਨੇ, ਪੀ ਕਿਊ ਆਰ ਐਸ ਟੀ ਯੂ, 3 ਜਣੇ ਨੇ, 6 ਜਣੇ ਨੇ, 1 2 3 4 5 6 ਜਣੇ ਨੇ। P ਵਾਸ ਆਪੋਜ਼ਿਟ ਟੂ T, ਤਾਂ ਜਿਹੜੇ ਆਪੋਜ਼ਿਟ ਨੇ ਕਿਤੇ ਮਰਜ਼ੀ ਬਣਾ ਸਕੋ। P ਕਿਹਦੇ ਆਪੋਜ਼ਿਟ ਹੈ, T ਦੇ ਆਪੋਜ਼ਿਟ ਹੈ। R ਵਾਸ ਸੈਕੰਡ ਟੂ ਦ ਰਾਈਟ ਆਫ Q, R ਵਾਸ ਸੈਕੰਡ ਟੂ ਦ ਰਾਈਟ ਆਫ Q, Q ਦੇ ਸੈਕੰਡ ਰਾਈਟ ਤੇ ਕੌਣ ਹੈ, R। Q ਦੇ ਸੈਕੰਡ ਰਾਈਟ ਤੇ ਕੌਣ ਹੈ, R। लेफ्ट है, सॉरी R was second to the left of R, Q, ठीक है। Q ਦੇ ਸੈਕੰਡ ਲੈਫਟ ਤੇ ਕੌਣ ਹੈ, R। P was between S and U, ਜਿਹੜਾ P ਹੈ ਉਹ S ਤੇ U ਦੇ ਵਿਚਕਾਰ ਹੈ, ਤਾਂ ਐ ਵੀ ਹੋ ਸਕਦਾ ਹੈ ਅਤੇ ਐ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। T was at sorry ਅੱਗੇ ਉਹਨੇ ਕੀ ਕਿਹਾ, T was at immediate left of Q, Q ਦੇ ਬਿਲਕੁਲ ਖੱਬੇ ਪਾਸੇ ਕੌਣ ਹੈ, T। ਆ ਜਿਹੜਾ ਉਰੇ ਆ ਗਿਆ T। ਹੁਣ ਆ Q T R ਬਣ ਗਿਆ, Q ਦੇ ਪਹਿਲੇ ਖੱਬੇ ਤੇ T, ਮਤਲਬ Q ਕਿੱਥੇ ਆਊਗਾ, ਉਰੇ, ਠੀਕ, ਉਰੇ ਆਊਗਾ। Q ਦੇ ਪਹਿਲੇ ਖੱਬੇ ਤੇ ਕੌਣ ਆ ਗਿਆ, T। Q ਦੇ T ਦੇ ਨਾਲ ਹੀ ਕੌਣ ਆ ਗਿਆ ਉਰੇ, R। Q ਦੇ ਪਹਿਲੇ ਖੱਬੇ ਤੇ T, T ਦੇ ਨਾਲ ਹੀ ਕੌਣ ਆ ਗਿਆ, R। ਜਿਹੜਾ P ਆ ਉਹ S ਤੇ U ਦੇ ਵਿਚਕਾਰ ਹੈ, P ਜਿਹੜਾ ਹੈ S ਤੇ U ਦੇ ਵਿਚਕਾਰ ਹੈ। ਤੇ ਉਹਨੇ ਹੋਰ ਕੋਈ ਗੱਲ ਨਹੀਂ ਕਹੀ। T was immediate left of Q, who was second to the right of P, ਤਾਂ S ਤੇ U ਚਾਹੇ ਉਰੇ ਆਣ, U ਤੇ S ਚਾਹੇ ਉਰੇ ਆਣ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੇ ਕੁਐਸਚਨ ਤੇ ਕੀ ਪੁੱਛਿਆ, who is second to the right of P, P ਦੇ ਸੈਕੰਡ ਰਾਈਟ ਤੇ, P ਦਾ ਪਹਿਲਾ ਰਾਈਟ ਦੂਜਾ ਰਾਈਟ ਤਾਂ ਕੌਣ ਆਊਗਾ ਜੀ, R। P ਦੇ ਸੈਕੰਡ ਰਾਈਟ ਤੇ ਕੌਣ ਹੈ, R। ਜਿਹੜਾ S ਤੇ U ਦੇ ਵਿਚਕਾਰ P ਬੈਠਾ, ਉਹਦਾ ਕੋਈ ਵੀ ਫਰਕ ਆਪਾਂ ਨੂੰ ਨਹੀਂ ਪੈਂਦਾ, ठीक है जी। 5 chairs name A B C D E are placed one above one another, ठीक है जी। चलिए 5 चेयरां ने A B C D एक दे उत्ते एक रखियां गईयां ने। There are 2 chairs between A and D, ਤਾਂ ਪਹਿਲਾਂ ਇਹ ਦੇਖ ਲਓ ਵੀ 1 2 3 4 5 ਚੇਅਰਾਂ ਰੱਖੀਆਂ ਗਈਆਂ ਨੇ। ਉਹਨੇ ਕਿਹਾ there are 2 chairs between A and D, A ਅਤੇ D ਦੇ ਵਿਚਕਾਰ ਕਿੰਨੀਆਂ ਚੇਅਰਾਂ ਨੇ, 2। ਤਾਂ ਐ ਵੀ ਹੋ ਸਕਦਾ ਇਹ ਆਪਾਂ ਨੇ ਬਣਾਉਣਾ ਹੈ, ਤੇ ਐ ਵੀ ਹੋ ਸਕਦਾ ਵੀ A ਅਤੇ D ਦੇ ਵਿਚਕਾਰ 2 ਚੇਅਰਸ ਨੇ। B and D are top and bottom chair respectively, मतलब ਜਿਹੜਾ B ਹੈ ਉਹ ਸਭ ਤੋਂ ਟੌਪ ਤੇ ਹੈ, ਸਭ ਤੋਂ ਉੱਪਰ ਹੈ, D ਜਿਹੜੀ ਸਭ ਤੋਂ bottom ਤੇ ਹੈ। B and D are top and bottom chairs respectively. E is placed just above D, ਬਿਲਕੁਲ D ਤੋਂ ਬਿਲਕੁਲ ਉੱਪਰ ਕਿਹੜੀ ਹੈ ਆਪਣੇ ਕੋਲੇ, E ਹੈ। ਤਾਂ ਉਰੇ ਜੇ D ਆ ਗਈ ਤਾਂ D ਤੋਂ ਬਿਲਕੁਲ ਉੱਪਰ ਕਿਹੜੀ ਹੈ, E, ਤਾਂ ਉਰੇ ਕੀ ਆ ਗਿਆ, E। ਆ ਤਾਂ ਪੋਜੀਸ਼ਨ ਹੀ ਗਲਤ ਹੋ ਗਈ। ਉਹਨੇ ਕਿਹਾ ਸੀ D ਤੇ A ਦੇ ਵਿਚਕਾਰ 2 ਨੇ, ਤਾਂ D ਅਤੇ A ਦੇ ਵਿਚਕਾਰ 2 ਨੇ, ਤਾਂ ਇੱਥੇ ਇੱਕ E ਆ ਗਈ। ਅੱਗੇ ਉਹਨੇ ਕੀ ਕਿਹਾ, जस्ट बिलो द C, मतलब कि ਜਿਹੜੀ E है, E D ਤੋਂ ਜਮਾ ਉੱਪਰ ਹੈ ਅਤੇ C ਤੋਂ ਬਿਲਕੁਲ ਥੱਲੇ ਹੈ, ਤਾਂ C ਤੋਂ ਬਿਲਕੁਲ ਥੱਲੇ ਹੈ। ਤਾਂ ਰਹਿੰਦੀ ਖੁਦੀ ਕਿਹੜੀ ਰਹਿ ਗਈ ਆਪਣੇ ਕੋਲੇ, A B C D E, ਬਸ ਆ ਗਿਆ ਮੈਨੂੰ ਲੱਗਦਾ A B C D E। 5 ਸੀ, ਮੈਂ 6 ਬਣਾ ਗਿਆ, 1 2 3 4 5 6, ਹਾਂ ਮੈਂ 6 ਬਣਾ ਗਿਆ, ਇਹਦੀ ਕੋਈ ਲੋੜ ਹੀ ਨਹੀਂ, ਠੀਕ ਹੈ, ਮੈਂ 6 ਬਣਾ ਗਿਆ। ਹੁਣ ਕੁਐਸਚਨ ਕੀ ਹੈ,
इफ वी अरेंज दिस चेयर इन अल्फाबेटिकल ऑर्डर फ्रॉम टॉप टू बॉटम, जे आपां इन्हां नूं अल्फाबेटिकली बनाइए तां किन्नियां चेयरां चेंज होंदियां। अल्फाबेट की हुंदा है ए बी सी डी ई, ਇਹਦਾ मतलब ਕੀ ਆ ਹਾਊ ਮੈਨੀ ਚੇਂਜ, ਤਾਂ ਕਿੰਨੀਆਂ ਚੇਅਰਾਂ ਚੇਂਜ ਹੋਈਆਂ। ਦੇਖੋ ਇਹ ਵੀ ਚੇਂਜ ਹੈ, ਇਹ ਵੀ ਚੇਂਜ ਹੈ, ਇਹ ਸੇਮ ਹੈ, ਆ ਇੱਕ ਸੇਮ ਹੈ, ਸਿਰਫ ਆ ਵੀ ਚੇਂਜ ਹੈ ਤੇ ਆ ਵੀ ਸੇਮ ਹੈ, ਸਿਰਫ ਇੱਕ ਚੇਂਜ ਹੈ, मतलब ਚਾਰ ਚੇਅਰਾਂ ਕੀ ਹੋਈਆਂ, ਚੇਂਜ हो गया। ठीक है, जे आपने क्या ही अल्फाबेटिकली बनाइए उपरों तो ABCD आपने अल्फाबेटिकली लिखता तो सिर्फ अपने को एक चेयर ही सेम रही है सी, बाकी सारियां चेंज हो गई। अगे अपने को क्वेश्चन किया 6 टेलर ने, 6 अपने को की ने जी टेलर ने 1 2 3 4 5 6, उन्हें की किया सारे सेंटर वाल मूव करके बैठे ने। G6 इज सेकंड टू द लेफ्ट ऑफ G3, G3 दे सेकंड लेफ्ट ते कौन है G6। ठीक है, अगे G2 इज सेकंड टू द राइट ऑफ G1, G1 दे सेकंड राइट ते कौन है G2, G1 दे सेकंड राइट ते कौन है G2। अगे उन्हें क्या G5 इज द इमीडिएट लेफ्ट ऑफ G6, G6 दे इमीडिएट लेफ्ट ते कौन है G5। ठीक है, G5 इज टू द इमीडिएट लेफ्ट ऑफ G6। अगे उन्हें की क्या है G5 आ G1 आ गया ना, G1 ते G2। हुण मेरी गल सुनो, उरे तां आ नहीं सकदे G1 ते G2, ਤਾਂ ਜਿਹੜਾ G1 ਹੈ ਉਹ ਉਰੇ ਆਊਗਾ ਕਿਉਂਕਿ G1 ਦੇ ਦੂਜੇ ਸੱਜੇ ਪਾਸੇ G2 ਹੈ। G1 ਇੱਥੇ ਕੋਈ ਬੰਦਾ ਹੋਰ, ਇੱਥੇ ਕੌਣ ਹੋਊਗਾ G2, ਇੱਥੇ ਕੌਣ ਹੋਊਗਾ G4 ਰਹਿ ਗਿਆ ਤਾਂ G4। ਤਾਂ which tailor is sitting second to the right of G, G3 ਦੇ second right ਤੇ ਕੌਣ ਬੈਠਾ G4 ਬੈਠਾ, ਤਾਂ ਕੌਣ ਬੈਠਾ G4 ਬੈਠਾ। ਠੀਕ ਹੈ, ਅੱਗੇ ਆਪਣੇ ਕੋਲ ਕੁਐਸਚਨ ਕੀ ਹੈ 6 ਫਰੈਂਡ ਨੇ ਜਿਹੜੇ ਕਿ ਇੱਕ ਦੂਜੇ ਵੱਲ ਫੇਸ ਕਰਕੇ ਬੈਠੇ ਨੇ। ਇਹਦਾ ਮਤਲਬ ਕੀ ਹੈ ਕਿ ਅੱਧੇ ਇੱਧਰ ਹੋਣਗੇ ਅੱਧੇ ਇੱਧਰ ਹੋਣਗੇ, 3 ਬੰਦੇ ਇੱਧਰ ਬੈਠੇ ਨੇ 3 ਬੰਦੇ ਇੱਧਰ ਬੈਠੇ ਨੇ। ਠੀਕ ਹੈ ਜੀ, ਉਹਨੇ ਕੀ ਕਿਹਾ ਹੈ ABC ਇੱਕ ਲਾਈਨ 'ਚ ਬੈਠੇ ਨੇ ਮੰਨ ਕੇ ਚਲੋ, ਤੇ ਜਿਹੜੇ ABC ਨੇ ਉਹ ਕਿੱਥੇ ਦੇਖ ਰਹੇ ਨੇ ਸਾਊਥ ਵੱਲ, मतलब ABC ਆ ਹੋਣਗੇ XYZ ਆ ਹੋਣਗੇ, ਪਰ ਇਹ ਐ ਨਹੀਂ ਹੈਗਾ ਵੀ ਐਂ ਹੋਣਗੇ, ਕਿਸੇ ਹੋਰ ਤਰੀਕੇ ਨਾਲ ਲੱਗੇ ਹੋ ਸਕਦੇ ਨੇ। X was left of Y but in front of A, ਜਿਹੜਾ X ਹੈ ਉਹ Y ਦੇ ਲੈਫਟ ਤੇ ਹੈ, ਜਿਹੜਾ X ਹੈ ਉਹ Y ਦੇ ਲੈਫਟ ਤੇ ਹੈ पर इन फ्रंट ऑफ ए, पर मतलब x की गल की है, x a के सामने बैठा है, x a के सामने बैठा है। z वाज नॉट एट द लेफ्ट एंड, जेड़ा z है वो लेफ्ट एंड दे उत्ते नहीं है, मतलब जेड़ा z है वो उरे नहीं हैगा, ਇਹਦਾ मतलब z ਇਹਨਾਂ ਦੋਨੋਂ ਚ ਕਿਤੇ ਹੋਊਗਾ, z ਇਹਨਾਂ ਦੋਨੋਂ ਚ ਹੀ ਕਿਤੇ ਹੋਊਗਾ। ਇਹਨਾਂ ਦੋਨੋਂ ਚ ਹੋਣ ਦਾ ਮਤਲਬ ਕੀ ਹੈ, ਇੱਥੇ x y z ਸੀਗੇ ਤਾਂ z ਉਰੇ ਨਹੀਂ ਹੈਗਾ ਤਾਂ ਇਹਨਾਂ ਦੋਨੋਂ ਚ ਹੋਊਗਾ, ਇਹਦਾ मतलब x ਤੇ y ਉਰੇ ਹੋਣਗੇ। ठीक है, जे z ਉਰੇ नहीं हैगा ਤਾਂ z ऑब्वियस जी गल है इधर होਊਗਾ, क्यों, क्योंकि x ਤੇ y ਫਿਰ ਉਰੇ ਹੀ ਹੋਣੇ ਚਾਹੀਦੇ ਨੇ। ठीक है, ਤੇ x ਦੇ ਸਾਹਮਣੇ ਕੌਣ ਹੈ, ਉਹਨੇ ਕੀ ਕਹਿ ਰੱਖਿਆ a ਹੈ। ਅੱਗੇ ਕੀ ਕਹਿੰਦਾ ਉਹ y z is not at the left and not facing the c, ਜਿਹੜਾ z ਹੈ ਉਹ c ਨੂੰ ਨਹੀਂ ਦੇਖ ਰਿਹਾ, ਇਹਦਾ ਮਤਲਬ c ਉਰੇ ਹੋਊਗਾ। ਠੀਕ ਹੈ ਜੀ, who were all the left and right position respectively, a ਉਰੇ ਕੌਣ ਆਊਗਾ b। ਉਹਨੇ ਕਿਹਾ who were at the left and right position respectively, ਤਾਂ ਇਹਨਾਂ ਦੀ ਲੈਫਟ ਪੋਜੀਸ਼ਨ ਤੇ ਕੌਣ ਹੈ b ਹੈ, ਇਹਨਾਂ ਦੀ ਰਾਈਟ ਪੋਜੀਸ਼ਨ ਤੇ ਕੌਣ ਹੈ Z। ठीक है, उन्हें ये कहा ना who were at the left and right position respectively, ਤਾਂ ਇਹਨਾਂ ਦੀ ਲੈਫਟ ਤੇ ਕੌਣ ਹੈ B, ਇਧਰ ਕੌਣ ਹੈ Z, ਤਾਂ ਆਨਸਰ ਕੀ ਆ ਗਿਆ ਆਪਣੇ ਕੋਲ ਆਪਸ਼ਨ C B and Z। ਅੱਜ ਦਾ ਸੈਕੰਡ ਲਾਸਟ ਕੁਐਸਚਨ ਹੈ 5 ਸਟੂਡੈਂਟਸ ਬੈਠੇ ਨੇ ਕਿੱਥੇ, ਰੋ ਦੇ ਵਿੱਚ ਫੇਸਿੰਗ ਕਿੱਥੇ ਕਰੀ ਬੈਠੇ ਨੇ ਨਾਰਥ ਦੇ ਵਿੱਚ, 1 2 3 4 5 ਨਾਰਥ ਦੇ ਵਿੱਚ ਫੇਸ ਕਰਕੇ ਬੈਠੇ ਨੇ। V is sitting next to W, ਜਿਹੜਾ W ਹੋਇਆ V ਉਹ W ਦੇ ਲੈਵਲ ਤੇ ਬੈਠਾ, ਜਾਂ ਤਾਂ ਐ ਹੋਊਗਾ ਜਾਂ ਫਿਰ ऐ होगा, कुछ भी हो सकता है। ठीक है, y is sitting next to x, जेड़ा y है z इत्थे नहीं हैगा, इत्थे पहला बना लो z इत्थे नहीं हैगा, ते जेड़ा y है उन्हें की लिखा y is sitting next to x, तो x ते y भी हो सकता है, y ते x भी हो सकता है, कुछ भी हो सकता है। x is on the second position from left, जेड़ा x है वो उरे बैठा है, x second position ते बैठा लेफ्ट तो। V and X are sitting together, ਜਿਹੜੇ V ਤੇ X ਨੇ ਉਹ ਬਿਲਕੁਲ ਨਾਲ ਨਾਲ ਬੈਠੇ ਨੇ। ਹੁਣ ਮੇਰੀ ਗੱਲ ਸੁਣੋ, ਜੇ ਮੈਂ ਉਰੇ V ਤੇ ਉਰੇ ਬਣਾਦਾ V, ਮੰਨ ਕੇ ਚਲੋ ਉਰੇ ਮੈਨੇ ਕੀ ਬਣਾਤਾ V ਤੇ X ਨਾਲ ਨਾਲ ਬੈਠੇ ਨੇ, ਇਧਰਲੇ ਪਾਸੇ ਕੌਣ ਬੈਠੂਗਾ Y, ਕਿਉਂਕਿ X ਦੇ ਨਾਲ ਕੌਣ ਬੈਠਾ Y। ਉਹਨੇ ਇਹ ਕਹਿਣਾ X ਤੇ V ਨਾਲ ਨਾਲ ਬੈਠੇ ਨੇ, ਆ ਦੇਖੋ X and V are together, ਤਾਂ ਉਹਨੇ ਅੱਗੇ ਕੀ ਕਿਹਾ V ਦੇ ਨਾਲ ਕੌਣ ਹੋਰ ਬੈਠਾ ਬੰਦਾ ਗਵਾਂਢੀ W, ਤਾਂ V ਦੇ ਨਾਲ ਹੋਰ ਕੌਣ ਬੈਠਾ W, ਰਹਿ ਕੌਣ ਗਿਆ Z, ਤਾਂ Z ਕਿੱਥੇ ਆ ਜਾਊਗਾ ਇੱਥੇ ਆ। ठीक है, होर तां किते आ ही नहीं सकदा। हुण क्वेश्चन किया हो सिटिंग इन द मिडल, तां मिडल दे विच कौन बैठा है V बैठा, तां मिडल दे विच V बैठा है। ठीक है, तो अज दा लास्ट क्वेश्चन है, ये मैं बिल्कुल बेसिक हल्के फुल्के चक्के ने ताकि थोड़े पेपर
ਕਲੀਅਰ ਹੋ ਜਾਏ। ਠੀਕ ਹੈ, ਜੇ ਕਦੇ ਸੀਟਿੰਗ ਅਰੇਂਜਮੈਂਟ ਮੈਨੂੰ ਕਰਾਣੀ ਪਈ ਤਾਂ ਵਧੀਆ ਲੈਵਲ ਤੇ, ਬਹੁਤ ਵਧੀਆ ਲੈਵਲ ਤੇ ਲੈ ਕੇ ਆਉਂਗਾ। ਠੀਕ ਹੈ, A B C D E F are sitting in a row, ਇੱਕ ਜਿਹੜੇ ਬੰਦੇ ਨੇ ਉਹ ਰੋ ਦੇ ਵਿੱਚ ਬੈਠੇ ਨੇ, 1 2 3 4 5 6। E and F are at the center, ਜਿਹੜੇ E ਤੇ F ਨੇ ਉਹ ਐ ਵੀ ਹੋ ਸਕਦੇ ਨੇ, ਮੰਨ ਕੇ ਚਲੋ ਮੈਂ E ਤੇ F ਐ ਬਣਾਤੇ ਤੇ F ਤੇ E ਐ ਬਣਾਤੇ, ਕੁਝ ਵੀ ਹੋ ਸਕਦੇ ਨੇ, ਮੈਂ ਦੋ ਪੋਸੀਬਿਲਿਟੀ ਲੈ ਲਈਆਂ। A and B are the extreme and C is just left of A, ਜੇ A ਦੇ ਬਿਲਕੁਲ ਲੈਫਟ ਤੇ C ਬੈਠਾ ਤਾਂ A ਉਰੇ ਹੋਊਗਾ, ਦੋਨੇ ਪਾਸੇ A ਤੇ C ਇੱਥੇ ਹੋਊਗਾ, ਕੋਈ ਵੀ ਆ ਸਕਦਾ ਹੈ। ਤਾਂ ਉਹਨੇ ਕੀ ਕਿਹਾ, ਇੱਥੇ B ਬੈਠਾ, ਇੱਥੇ ਕੌਣ ਬੈਠਾ, B ਬੈਠਾ, ਤੇ A and B are at the end, C who is to the right of B, ਮੈਂ 6 ਬੰਦੇ ਬਣਾਏ ਨੇ, sitting in a row, E and F are in the center, E and F are in the center, ਦੋ ਬੰਦੇ ਠੀਕ ਹੈ। A and B are at the end, A and B are at the seat, just who is the sitting right of B। ਤਾਂ ਹੁਣ ਇੱਥੇ ਕਿਹੜਾ ਬੰਦਾ ਰਹਿ ਗਿਆ, A ਹੋ ਗਿਆ, B ਹੋ ਗਿਆ, C ਹੋ ਗਿਆ, ਕੱਲਾ D ਰਹਿ ਗਿਆ ਨਾ, ਤਾਂ ਉਰੇ D ਆਊਗਾ, ਤਾਂ B ਦੇ ਬਿਲਕੁਲ ਸੱਜੇ ਪਾਸੇ ਕੌਣ ਬੈਠਾ ਹੈ, D ਬੈਠਾ ਹੈ। ਇੱਥੇ ਆਪਣਾ ਲੈਕਚਰ ਹੁੰਦਾ ਸਮਾਪਤ। ਮੈਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਊਗਾ। ਜਿਹਨੂੰ ਇਹਦੀ PDF ਚਾਹੀਦੀ ਹੈ ਉਹ ਮੈਨੂੰ ਇਸ ਨੰਬਰ ਦੇ ਉੱਤੇ ਮੈਸੇਜ ਕਰ, ਮਾਸਟਰ ਜੀ ਲਿਖ ਲਓ, ਕੁਝ ਵੀ ਲਿਖ ਲਓ, ਇਹਦੀ PDF ਤੁਹਾਨੂੰ ਪੰਜਾਬੀ ਦੇ ਵਿੱਚ ਮਿਲ ਜੂਗੀ, ਸੇਮ ਇੰਗਲਿਸ਼ ਤੇ ਪੰਜਾਬੀ ਦੋਨਾਂ 'ਚ। ਥੈਂਕ ਯੂ ਵੈਰੀ ਮਚ।